Welcome guys on my YouTube channel, and the name of channel is IELTS with Sophia. Guys, I hope that you are taking benefit from my previous videos which I upload on daily basis. गाइस ਅੱਜ मैं ਤੁਹਾਡੇ ਨਾਲ ਇੱਕ ਰੀਡਿੰਗ ਦੀਆਂ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਨ ਲੱਗੀ ਹਾਂ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਪੂਰੀ ਰੀਡਿੰਗ ਸੋਲਵ ਕਰਾਂਗੀ ਕਿ ਅਸੀਂ ਪੂਰੀ ਰੀਡਿੰਗ ਕਿੱਦਾਂ ਸੋਲਵ ਕਰ ਸਕਦੇ ਹਾਂ ਵਿਦ ਫੁੱਲ ਆਫ ਕਨਸੈਂਟ੍ਰੇਸ਼ਨ, ਵਿਦ ਫੁੱਲ ਆਫ ਨੌਲੇਜ, ਟਿਪਸ, ਟ੍ਰਿਕਸ ਐਂਡ ਆਲਸੋ ਵਿਦ ਗ੍ਰਾਮਰ ਰੂਲਸ। ਓਕੇ ਗਾइस, ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੇ ਦੈਨ ਮੇਰੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਣ ਤੋਂ ਬਾਅਦ ਤੁਸੀਂ ਮੇਰੇ ਚੈਨਲ ਆਇਲਸ ਵਿਦ ਸੋਫੀਆ ਨੂੰ ਸਬਸਕ੍ਰਾਈਬ ਕਰਨਾ ਹੈ, ਬੈਲ ਆਈਕਨ ਤੇ ਕਲਿੱਕ ਕਰਨਾ ਹੈ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ, ਜਿਸ ਦੇ ਵਿੱਚ ਮੈਂ ਬਹੁਤ ਜਲਦੀ ਇਹ ਦੱਸਾਂਗੀ ਕਿ ਲਿਸਨਿੰਗ ਦੀ MCQ ਕਿੱਦਾਂ ਸੋਲਵ ਕਰੀਦੇ ਆ। ਉਮੀਦ ਕਰਦੀ ਹਾਂ ਕਿ ਅੱਜ ਦੀ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੇਗੀ ਕਿਉਂਕਿ ਮੈਨੂੰ ਪਤਾ ਵੈ ਕਿ ਮੈਂ ਤੁਹਾਨੂੰ ਉਹੀ ਚੀਜ਼ਾਂ ਕੰਮ ਦੀਆਂ ਦੱਸਣੀਆਂ ਵੈ ਕਿ ਜਿਹੜੇ ਬੱਚੇ 5 ਜਾਂ 5.5 ਲੈਂਦੇ ਪਏ ਆ ਉਹਨਾਂ ਦੀ ਉਹ ਪ੍ਰੋਬਲਮ ਦੂਰ ਹੋ ਕੇ ਉਹ 6.5 ਤੱਕ ਆਰਾਮ ਨਾਲ ਪਹੁੰਚ ਜਾਣ। ठीक है, जेकर अज दी तुहानू मेरी वीडियो वधिया लगे then guys please share this video more and more. Please cooperate with me that you know very well sharing is caring. Guys, please help me to share my channel IELTS with Sophia all over the world. Okay guys, now we will start to know about the some tips and tricks. एक गल पहला ही ध्यान नाल सुन लवो, वीडियो नू एंड तक वेखना तो ही तुहानू पूरी तरह समझ लगेगी ते वीडियो नू स्किप बिल्कुल भी ना करना। जेकर ना कुछ समझ लगे तो पीछे बैक कर लिया जे बट एंड तक पूरी देखिया जे क्योंकि एक वीडियो ही तुहानू दस सकती है ये वाली कि रीडिंग पूरी किद्दां सॉल्व करी दी है ते 10 मिनट किद्दां बचाई दी है प्रूफ रीडिंग वास्ते। ठीक, बुक 7 टेस्ट 3 है कैम्ब्रिज दा। ਜਿਹੜਾ ਵੀ ਰੀਡਿੰਗ ਟਰਾਈ ਕਰਨਾ ਚਾਹੁੰਦਾ ਵਾ ਉਹ ਤੁਸੀਂ ਕਰ ਸਕਦੇ ਹੋ। ਮੇਰੇ ਕੋਲ ਬੁੱਕ 7 ਦਾ ਟੈਸਟ 3 ਪਿਆ ਹੋਇਆ ਸੀ, ਮੈਂ ਉਹੀ ਤੁਹਾਡੇ ਨਾਲ ਸੋਲਵ ਕਰਨ ਲੱਗੀ ਆ। ਆਪਾਂ ਟਰੂ ਫਾਲਸ ਨੋਟ ਗਿਵਨ ਨੂੰ ਅੰਡਰਲਾਈਨ ਕਰ ਲੈਣੇ ਆ ਜਿਹੜੇ ਇਸ ਦੇ ਵਿੱਚ ਮੇਨ ਕੀਵਰਡਸ ਹੈਗੇ ਆ। ਜੇਕਰ ਕਿਸੇ ਨੂੰ ਟਰੂ ਫਾਲਸ ਨੋਟ ਗਿਵਨ ਦੇ ਵਿੱਚ ਪ੍ਰੋਬਲਮ ਹੈ ਦੈਨ ਮੈਂ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਪਾਰਟਿਕੂਲਰ ਰਿਗਾਰਡਿੰਗ ਟਰੂ ਫਾਲਸ ਨੋਟ ਗਿਵਨ। ਜੇਕਰ ਤੁਹਾਨੂੰ ਟਰੂ ਫਾਲਸ ਨੋਟ ਗਿਵਨ ਸੋਲਵ ਨਹੀਂ ਕਰਨੇ ਆਂਦੇ ਦੈਨ ਪਲੀਜ਼ ਮੇਰੀ ਉਸ ਵੀਡੀਓ ਨੂੰ ਜ਼ਰੂਰ ਵਾਚ ਕਰੋ ਤਾਂ ਕਿ ਤੁਹਾਨੂੰ ਟਰੂ ਫਾਲਸ ਨੋਟ ਗਿਵਨ ਦੀ ਆਸਾਨੀ ਦੇ ਨਾਲ ਟਿਪ ਸਮਝਦਾ ਲੱਗ ਸਕੇ ਜਿਹੜੀ ਮੈਂ ਉਸ ਵੀਡੀਓ ਦੇ ਵਿੱਚ ਦੱਸੀ ਸੀ ਤੇ ਉਸ ਵੀਡੀਓ ਵਾਲੀ ਟਿਪ ਹੀ ਮੈਂ ਇਸ ਦੇ ਵਿੱਚ ਫੋਲੋ ਕਰਾਂਗੀ। ਗਾਇਜ਼ ਦੇਖੋ ਕਿ ਮੈਂ ਸਾਰੇ ਕੀਵਰਡਸ ਅੰਡਰਲਾਈਨ ਕਰ ਦਿੱਤੇ ਹੈ। ट्रू फॉल्स ਨੂੰ ਸੋਲਵ ਕਰਦੇ ਆ। ਫਸਟ ਟਰੂ ਫਾਲਸ ਕੀ ਹੈਗਾ ਵੈ ਕਿ ਆਂਟ ਯੂਜ਼ ਕਰਦੇ ਆ ਆਪਣੇ ਸੇਮ ਚੈਨਲਸ, ਮਤਲਬ ਕਿ ਸੇਮ ਵੇ ਯੂਜ਼ ਕਰਦੇ ਆ ਗੱਲਬਾਤ ਕਰਨ ਦਾ ਹਿਊਮਨ ਦੀ ਤਰ੍ਹਾਂ। ਪੈਰੇ ਦੇ ਵਿੱਚ ਵੇਖਿਆ ਕਿ ਕਿੱਥੇ ਚੈਨਲ ਲਿਖਿਆ ਵੈ, ਦੇਖੋ ਧਿਆਨ ਦੇ ਨਾਲ, ਕਿਤੇ ਵੀ ਚੈਨਲ ਲੱਭਦਾ ਪਿਆ ਤੁਹਾਨੂੰ? ਚੈਨਲ ਨਹੀਂ ਸਾਨੂੰ ਲੱਭਿਆ, ਸਾਨੂੰ ਕਮਿਊਨੀਕੇਸ਼ਨ ਲੱਭ ਗਿਆ, ਸਾਨੂੰ ਆਂਟ ਵੀ ਲੱਭ ਗਿਆ। ਠੀਕ ਹੈ, ਅਸੀਂ ਉੱਥੇ ਵੇਖਦੇ ਹਾਂ ਸਾਨੂੰ ਕੰਟੈਕਟ ਵੀ ਲੱਭ ਗਿਆ। ਇੱਥੇ ਇਹਨਾਂ ਨੇ ਕੀ ਕਿਹਾ ਵੈ ਕਿ ਆਂਟਸ ਚੈਨਲਸ ਯੂਜ਼ ਕਰਦੇ ਆ ਗੱਲਬਾਤ ਕਰਨ ਦਾ ਹਿਊਮਨ ਬੀਇੰਗ ਦੀ ਤਰ੍ਹਾਂ। ਕਿ ਇੱਥੇ ਕੀ ਕਿਹਾ ਵੈ ਆਂਟਸ ਆਪਣਾ ਫੂਡ ਸਟੋਰ ਕਰਦੇ ਆ, ਬੈਕ ਤੋਂ ਅਟੈਕ ਕਰਦੇ ਆ, ਰੈਪਲ ਮੀਨਸ ਬੈਕ, and use ਕਰਦੇ ਆ chemical signals to contact one another in the case of attack. chemical signals ਮਤਲਬ ਕਿ ਉਹ ਇੱਕ ਦੂਸਰੇ ਦੇ ਨੇੜੇ ਹੋ ਕੇ ਗੱਲਬਾਤ ਕਰ ਲੈਂਦੀਆਂ ants. such chemical communication can be compared ਕੀਤੇ ਜਾ ਸਕਦੇ ਆ to the human ਕੀ ਯੂਜ਼ ਕਰਦਾ ਵਾ ਵਿਜ਼ੂਅਲ ਤੇ ਆਡੀਟਰੀ ਚੈਨਲਸ। ਆ ਵੇਖੋ ਚੈਨਲਸ ਇੱਥੇ ਪਿਆ, ਮਤਲਬ ਕਿ ਹਿਊਮਨ ਬੀਇੰਗ ਯੂਜ਼ ਕਰਦੇ ਆ ਵਿਜ਼ੂਅਲ ਤੇ ਆਡੀਟਰੀ ਗੱਲਬਾਤ ਕਰਨ ਦਾ, ਇੱਕ ਦੂਸਰੇ ਨੂੰ ਵੇਖਣ ਦਾ, ਜਦ ਕਿ ਆਂਟ ਕਿਹੜੇ ਯੂਜ਼ ਕਰਦੇ ਆ ਕੈਮੀਕਲ ਸਿਗਨਲਸ ਟੂ ਕੰਟੈਕਟ ਵਨ ਅਨਦਰ ਇਨ ਦਾ ਕੇਸ ਆਫ ਅਟੈਕ। ਮਤਲਬ ਕਿ ਸਾਡਾ ਆਨਸਰ ਇੱਥੇ ਕਿਹਾ ਵਾ ਉਹਨਾਂ ਨੇ ਹਿਊਮਨ ਬੀਇੰਗ ਦਾ, ਇਹਨਾਂ ਨੇ ਕਿਹਾ ਵਿਜ਼ੂਅਲ ਤੇ ਆਡੀਟਰੀ, ਇੱਥੇ ਇਹਨਾਂ ਨੇ ਕੁਝ ਹੋਰ ਕਹਿ ਦਿੱਤਾ। ਇਹਦਾ ਮਤਲਬ ਸਾਡਾ ਆਨਸਰ ਕੀ ਹੋ ਗਿਆ ਫਿਰ? ਗਾਇਸ ਦੇਖੋ ਤੁਹਾਡੇ ਸਾਰੇ ਕੀਵਰਡਸ ਮੈਚ ਨਹੀਂ ਹੋ ਰਹੇ, ਉੱਥੇ ਕੁਝ ਹੋਰ ਗੱਲ ਕਹੀ ਹੈ, ਇੱਥੇ ਕੋਈ ਹੋਰ ਗੱਲ ਕਹੀ ਹੈ, ਸਾਡਾ ਆਨਸਰ ਕੀ ਹੋ ਗਿਆ? ਫਾਲਸ। ਠੀਕ ਹੈ, ਇੱਕ ਮੇਨ ਗੱਲ ਵੇਖੋ, ਇਹਨਾਂ ਨੂੰ ਅੰਡਰਸਟੈਂਡਿੰਗ ਦੀ ਪ੍ਰੋਬਲਮ ਹੈ। ਜਿਹੜਾ ਸੇਮ ਕੀਵਰਡ ਹੈ ਇੱਕ ਸਟਰੋਂਗ ਕੀਵਰਡ ਹੈ। ਇੱਥੇ ਸੇਮ ਕਿਹਾ, ਹੋ ਸਕਦਾ ਉੱਥੇ ਡਿਫਰੈਂਟ ਕਹਿ ਕੇ ਗੱਲ ਕੀਤੀ ਹੋਵੇ, ਹੋ ਸਕਦਾ ਉੱਥੇ ਡਿਸਟਿੰਕਟ ਵੇਰੀ ਕਹਿ ਕੇ ਗੱਲ ਕੀਤੀ ਹੋਵੇ। ਠੀਕ ਹੈ, ਇਹ ਧਿਆਨ ਦਿਆ ਕਰੋ।
नाले एज क्या होया, एज कंपेयर्ड टू, इत्थे इन्होंने एज किया वै, उत्थे उन्होंने कंपेयर्ड किया वै, ठीक है। हुण सैकेंड की हैगा वै, सिटी लाइफ एक फैक्टर है इनकरेज करन दा डिवेलपमेंट ऑफ इंटैलीजेंस, मतलब कि बुद्धिमत्ता नूं इंटैलीजेंस नूं वधाउण दा एक फैक्टर है कि सिटी लाइफ। देखो हुण पूरी रीडिंग दे विच सिटी लाइफ, डिवेलपमेंट, इंटैलीजेंस कित्थे पिया होया है। देखो देखो मैं भी तुहाडे नाल नाल ही वेखदी पई हां, किते मिलिया? आ पिया। उत्थे उन्होंने सिटी लाइफ क्या वै, इत्थे उन्होंने की कहता अर्बन लाइफ स्टाइल, मतलब साडा आंसर इत्थे पिया वै। उन्होंने कहा सी डिवेलपमेंट ऑफ इंटैलीजेंस, डिवेलपिंग एंड मेनटेनिंग अंडरग्राउंड सिटीज ऑफ स्पेशलाइज्ड चैम्बर्स एंड टनल्स, फोर्सिंग हाउस ऑफ इंटेलिजेंस, सारे कीवर्ड मैच हो गए। देखो इंटेलिजेंस, डेवलपमेंट, इंकरेज, सिटी लाइफ, अर्बन, अर्बन सिटी सेम हो गया सारा, डेवलपिंग, इंटेलिजेंस सारा सेम ही दिता वा, फिर तुहाडा आंसर की होया गाइस? ट्रू, ठीक है। हुण आपां नैक्सट थर्ड वेखिए, एंट्स कैन बिल्ड लार्ज सिटीज मोर क्विकली, और जल्दी दे नाल आंट्स की है लार्ज सिटीज बना सकदियां मैं एज कंपेयर टू ह्यूमन बीइंग्स। अपनी एक ट्रू फॉल्स नॉट गिवन दी वीडियो दे विच एक टिप दसी सी, मैं पर्टिकुलर बनाई सी, मैं तुहानू पहला ही दस चुकी हां कि जदों कंपैरिजन किता होवे ना उदों की आंदा वै मोस्ट ऑफ द टाइम नॉट गिवन, देन इस करके मैं इनू वेखना ही नहीं है आंसर की है नॉट गिवन, क्योंकि मैनू पता मेरी टिप दा, ठीक है। हुण आपां फोर्थ करिए, आंट्स अपना वे फाइंड कर सकदियां मैं बाय मेकिंग कैलकुलेशन दे नाल डिस्टेंस और पोजीशन से जिहड़ा डिपेंड है। देखो कि जदों आपां ए वाला अपना आंसर लभ्या सी, ठीक है, ਇਹਦੇ ਤੋਂ ਆਪਾਂ ਹੁਣ ਗਾਂ ਜਾਈ ਜਾਵਾਂਗੇ, ਗਾਂ ਜਾ ਕੇ ਆਪਣਾ ਆਨਸਰ ਆ ਪਿਆ ਹੋਇਆ ਸਿੱਧਾ ਆਪਣੀ ਨਿਗਾਹ ਪਈ ਨੈਵੀਗੇਟ, डिस्टेंसेस, ठीक है, बियरिंग, बियरिंग मतलब पोजीशन, मतलब कि रिसर्च कंडक्टेड एट ऑक्सफोर्ड ससेक्स ज्यूरिच यूनिवर्सिटी हैज शोन उन्हें किया वै वैन डेजर्ट्स आंट, जदों आंट रिटर्न कर दिया मैं अपने ट्रिप तो दैन वो अपना रस्ता नैविगेट कर दिया मैं, फाइंड कर दिया मैं बियरिंग विद द हेल्प ऑफ पोजीशन एंड डिस्टेंसेस। देखो ध्यान दे नाल, नैविगेट आप अपने फोन ते चलाने ना मैप लगा के नैविगेटर, मतलब कि आप लोकेशन अपनी फाइंड करते हैं विद द हेल्प ऑफ पोजीशन एंड डिस्टेंसेस, मतलब अपना आंसर की हो गया फिर ट्रू, ठीक। हुण फिफ्थ विच की हैगा वै, एक एक्सपेरीमेंट है फॉरेजिंग टीम्स दा जिहड़ियां यूज करदियां सी एबल सेंस ऑफ स्मैल, मतलब कि विद द हेल्प ऑफ स्मैल दे कैन फाइंड फूड। आपां इत्थे फाइंड कीता सी, हुण आपां नीचे जावांगे। देखो फॉरेजिंग टीम सीधी निगाह गई, ऑर्डर मतलब ध्यान नाल देखो इत्थे इन्होंने क्या वै प्रिकॉशन सावधानियां वर टेकन टू प्रिवेंट, वो आपदे आप नूं बचाउंदियां सी फॉरेजिंग टीम की यूज करके, की यूज करन तो स्मैल यूज करन तो आपदे आप नूं बचाउंदियां सी, ठीक है। उल्ट गल कीती हुई है, प्रिवेंट दिता होया, प्रिकॉशन दिता होया, नाल ऑर्डर दिता होया। इत्थे इन्होंने की किया वै, वो यूज करदियां सी, मतलब आंसर की हो गया फिर तुहाडा फॉल्स, ओके। द एसे इन द कंपनी ऑफ आर्ट्स एक्सप्लोर करदा वै आंट कम्युनिकेशन। देखो इत्थे किते दिता होया वै इन हिज एसे इन द कंपनी ऑफ आर्ट्स, कॉमे है ना, सीधा ही कॉमे ते आपां गए, एडवाइस दिंदा वै रीडर्स हु आस्क व्हाट टू डू विद आंट्स इन द किचन टू वॉच वेयर यू स्टेप, बी केयरफुल ऑफ लिटल लाइव्स। जदों तुसी किचन दे विच जांदे हो आंट्स तां केयरफुल रहा करो, कोई उन्होंने आंट कम्युनिकेशन की गलबात नहीं की गई, जस्ट उन्होंने की किया वै केयरफुल दे बारे ही गल की है, ठीक है। तो फिर तुहाडा आंसर की हो गया नॉट गिवन। गाइस आपां हुण नैक्सट करन लगे हां फिलिप्स, कि आप फिलिप्स नूं किद्दां सॉल्व करिए। पहला अंडरलाइन कर लो, अ लार्ज नंबर ऑफ डिफरेंट स्पीशी एडिबल फंगी विच कन्वर्ट, जिहड़ी कन्वर्ट हो जाती है इनटू द फॉर्म ताकि वो की आसानी दे नाल डाइजैसट कर सकन। फिलिप तां नीचे ही हुंदियां, एक अद्धी होर रीड कर लीए। दे यूज देयर ओन नैचुरल वीड किलर्स,
ठीक है। वीड किलर्स अनवांटेड मटीरियल। गाइज अपने फर्स्ट पेज ते ही दिता होया उन्होंने, आ वेखो फंगी आंट डाइजेस्ट नहीं कर सकदियां सैलूलोज, तियां दे विचों डाइजेस्ट नहीं कर सकदियां सैलूलोज, बट किहदे विच कर सकदियां? फंगी दे विच। तो मतलब फिर तुहाडा आंसर की हो गया? तुहानू आंसर रिगार्डिंग फंगी दे ही सी ना, तुसीं फंगाई भी बोल दिओ सैलूलोज। सी पेज ते वेखिया सी वीड्स पिया होया वे, वीड्स से फिर फार्मर आंट्स सीक्रेट एंटीबायोटिक टू कंट्रोल अदर फंगी दैट माइट एक्ट एज वीड्स। देखो वीड्स ही ना उत्थे, वीड किलर पिया सी, सीक्रेट फार्मर तो लैके देखो वीड्स तक केड़ा आंसर तुहाडा मैच हो रहा वै? सीक्रेट तुहाडा होएगा मैच। स्प्रेड वेस्ट उत्थे तुहानू की कहा सी उन्होंने? अनवांटेड, अनवांटेड पिया वै, अनवांटेड कोई चीज। इत्थे इन्होंने क्या वेस्ट टू, टू की है इनफिनेटिव, टू तो बाद की आंदी हमेशा वर्ब दी फर्स्ट फॉर्म, मतलब कि टू तो बाद वाला तुहाडा आंसर पिया फर्टिलाइज। देखो वीड किलर दे नाल तुहाडा आंसर सीक्रेट दे नाल आ पिया सीक्रेशन, एंटीबायोटिक इत्थे कुछ नहीं पिया सी, फिर साडा आंसर सीक्रेट मैच किया। एक फर्टिलाइजर एफ एम एफ। ਆਪਾਂ 10th करिए। Genetic analysis show they constantly upgrade these fungi by developing new species and by dash species। ਵੇਖੋ DNA एनालाइज मतलब कि जेनेटिक दी गल इत्थे किते हुंदी पई है, नाल फंगाई भी हैगा। उन्होंने की किया वै? आंट्स इंप्रूव और मॉडिफाई द फंगाई बाय रेगुलरली स्वैपिंग और शेयरिंग स्ट्रेन्स विद नेबरिंग आंट कॉलोनीज। शेयर मतलब कोई चीज एक्सचेंज करना, कोई चीज वंडना एक दूसरे दे नाल। स्वैपिंग एंड शेयरिंग न्यू स्पीशी दा दिता होया सी ना उन्होंने, स्वैप कर दिया वै तो शेयरिंग भी सानू इत्थे शेयरिंग दा सिनोनिम मिल जावे, आ पिया एक्सचेंजिंग। तुहाडा आंसर की फिर हो गया? एक्सचेंजिंग स्पीशीज विद नेबरिंग आंट कॉलोनीज, विद नेबरिंग आंट कॉलोनीज। सानू इत्थों हिंट हो गया विद नेबरिंग आंट कॉलोनीज तो कि साडी इत्थे कोई चीज ING वाली पई है, शेयर करना किसे नाल। इत्थे की पिया? एक्सचेंज सिनोनिम। दूसरा की है तुहाडी टिप? ING जीरण जीरण सेम हो गए। थिंग्स दे यूज, वो केड़े मैथड्स यूज करते हैं ते कोई उहदा इफेक्ट नहीं पैंदागा ते वेस्ट भी कोई चीज नहीं हुंदी। मैथड्स की गल होई इत्थे, मैथड्स दे नाल ही द फार्मिंग मैथड्स ऑफ आंट आर एटलीस्ट की है सस्टेनेबल। मैथड्स दे नाल आ गए 11th दा N, दे डू नॉट अफेक्ट, कोई इफेक्ट भी नहीं पैंदागा। एनवायरमेंट, डू नॉट वेस्ट, वेस्ट भी नहीं जाती। डू नॉट रियून, रियून मतलब वेस्ट। एनवायरमेंट्स और यूज अमाउंट ऑफ, ज्यादातर यूज करते हैं ऑफ दा मतलब प्रैपोजिशन, प्रैपोजिशन तो बाद तुहाडा आंसर की पिया इत्थे? एनर्जी। ठीक है गाइज, मैं फिलिप्स ते भी पर्टिकुलर एक वीडियो अपलोड की हुई है। जेकर किसी नूं फिलिप्स सॉल्व करन दे विच प्रॉब्लम है, स्पैशली बिगनर्स, दैन उस वीडियो नूं जरूर वॉच करो। ठीक है, मैं उम्मीद करदी हां कि तुहानूं फर्स्ट पैसेज चंगी तरह समझ लग गया होवेगा। हुण आपां करदे हां सैकेंड पैसेज। जिहड़े कीवर्ड्स है जिहड़े मेन ओह मैं अंडरलाइन कर दित्ते है। ठीक है, ते अपने कोल A to G है, जी दे विच अपने कोल 8th ऑप्शन नहीं हैगा, उन्होंने आपां क्रॉस कर दिन्ने आ। 8th ऑप्शन नूं मैं क्रॉस कर दिता वा, रह गया फिर A to F। हुण आपां देखदे हां मेन कीवर्ड जिहड़े डेंटल एविडेंस हो गया, ग्रीनबर्ग किसी का नाम हो गया, स्टडी अर्ली पॉपुलेशन कैनेडा टू USA, 3 वेव एनर्जी। ठीक है, हुण आपां देखिए कीवर्ड दे विच लिस्ट ऑफ हैडिंग दी भी मैं पर्टिकुलर एक वीडियो अपलोड की हुई है। जेकर किसी नूं प्रॉब्लम है दैन प्लीज वॉच दैट वीडियो सो दैट यू कैन ओवरकम फ्रॉम दिस प्रॉब्लम। गाइज देखो कि लिस्ट ऑफ हैडिंग दे विच की हुंदा वै कि जिहड़ियां फर्स्ट 3 और 4 लाइन्स हैगियां वै जां फिर लास्ट 3 और 4 लाइन्स हैगियां वै, ये असी रीड करनियां वै प्रॉपरली। जेकर सानू इत्थों आंसर नहीं मिलिया फिर असी मिडल दे विच जाना वै। ठीक है, रीड करन दे लई पहला आपां चंगी तरह 3 ਜਾਂ 4 लाइन्स पढ़नियां वै उपरों जां फिर नीचों। जेकर उपरों नहीं आंसर मिलिया तो फिर नीचों, जे नीचों नहीं मिलिया तो उपरों, दोनों तो नहीं मिलिया फिर मिडल च। फर्स्ट पैसेज दे की है
ਪਹਿਲੀਆਂ 4 ਲਾਈਨਸ ਪੜਾਂਗੇ, ਇਹਦੀਆਂ 4 ਲਾਈਨਸ ਪੜਾਂਗੇ, ਫਿਰ ਆਪਾਂ ਮੈਚ ਕਰਕੇ ਵੇਖਦੇ ਹਾਂ ਕੀਵਰਡਸ। ਲਾਈਨਸ ਦੇ ਵਿੱਚ ਵੇਖੋ ਮੇਨ ਤੁਹਾਡੇ ਕੋਲ ਕੀ ਮਿਲਦਾ ਵੈ। ਸਟੱਡੀ, ਓਰੀਜਨ, ਡਿਸਟ੍ਰੀਬਿਊਸ਼ਨ, ਹਿਊਮਨ ਪੋਪੂਲੇਸ਼ਨ, ਆਰਕਿਓਲੋਜੀਕਲ ਤੇ ਫੋਸਿਲ ਐਵੀਡੈਂਸ। ਕੀ ਹੈ ਡੈਂਟਲ ਐਵੀਡੈਂਸ, ਉੱਥੇ ਕਿਸੇ ਫੋਸਿਲ ਦਾ ਮਤਲਬ ਸੈਕਿੰਡ ਤਾਂ ਹੋਣਾ ਹੀ ਨਹੀਂ ਹੈ। ਬਲੱਡ ਵੇਰੀਐਂਟ ਦੀ ਗੱਲ ਹੋਈ ਹੈ, ਉੱਥੇ ਤਾਂ ਕਿਤੇ ਬਲੱਡ ਵੇਰੀਐਂਟ ਦੀ ਵੀ ਨਹੀਂ ਗੱਲ ਹੋਏਗੀ, ਨਾ ਗ੍ਰੀਨਬਰਗ ਦੀ ਕਿਤੇ ਗੱਲ ਹੋਈ ਹੈ ਹਾਲੇ ਤੱਕ। ਤਾਂ ਫਿਰ ਇਹਦਾ ਮਤਲਬ ਕਿ ਤੁਹਾਡਾ ਆਨਸਰ ਹਜੇ ਅੱਗੇ ਵੇਖੋ 4th ਲਾਈਨ, ਇਹ ਨੰਬਰ ਆਫ ਟੈਕਨੀਕਸ। ਟੈਕਨੀਕਸ ਮਤਲਬ ਤੁਹਾਡਾ ਸਿਨੋਨਿਮ ਮੈਚ ਹੋ ਗਿਆ। ਅੱਗੇ ਵੇਖੋ ਡਿਵੈਲਪਡ ਹੋਈਆਂ ਨੰਬਰ ਆਫ ਟੈਕਨੀਕਸ। ਲਾਸਟ 4 ਲਾਈਨਸ, ਇਨਫੋਰਮੇਸ਼ਨ ਔਨ अर्ਲੀ ਪੋਪੂਲੇਸ਼ਨ ਮੂਵਮੈਂਟ now being obtained from the archaeology of the living body, the clues to be found in genetic material। The 4th line ਦੇ ਵਿੱਚ used to study early population movement। ਟੈਕਨੀਕਸ ਨੂੰ ਕੀ ਕਿਹਾ ਉਹਨਾਂ ਨੇ, ਮੈਥਡਸ। ਡਿਵੈਲਪਮੈਂਟ ਵੀ ਤੁਹਾਡਾ ਹੋਇਆ, ਮਤਲਬ ਫਿਰ ਤੁਹਾਡਾ ਆਨਸਰ ਕੀ ਹੋ ਗਿਆ, ਪੈਰਾਗ੍ਰਾਫ ਏ ਦਾ 4th। ਸਮਝ ਲੱਗੀ? ਜਸਟ ਕੁਛ ਨਹੀਂ ਕੀਤਾਗਾ, ਅੰਡਰਸਟੈਂਡਿੰਗ ਦੀ ਪ੍ਰੋਬਲਮ ਹੈ, ਲੈਕ ਆਫ ਅੰਡਰਸਟੈਂਡਿੰਗ, ਨੋ ਇਸ਼ੂ। ਪ੍ਰੋਪਰ ਉੱਪਰੋਂ ਤੇ ਨੀਚਿਓਂ ਕੀਵਰਡਸ ਚੰਗੀ ਤਰ੍ਹਾਂ ਮੈਚ ਕਰੋ। ਹੁਣ ਸੈਕਿੰਡ ਵੇਖੋ ਬੀ। ਪਹਿਲੀਆਂ 4 ਲਾਈਨਸ ਪੜ੍ਹਨੀਆਂ ਮੈਂ ਤੇ ਇਧਰੋਂ 4 ਲਾਈਨਸ। ਰੀਸੈਂਟ ਵਰਕ ਔਨ ਦਾ ਪ੍ਰੋਬਲਮ ਆਫ, ਰੀਸੈਂਟ ਹੁਣੇ ਕੰਮ ਹੋਇਆ ਵੈ ਪ੍ਰੋਬਲਮ ਤੇ ਵੈਨ ਪੀਪਲ ਫਸਟ ਐਂਟਰ ਦਾ ਅਮਰੀਕਾ ਇਜ਼ ਐਨ ਐਗਜ਼ਾਮਪਲ ਆਫ ਦ ਵੈਲਿਊ ਆਫ ਦੀਜ਼ ਨਿਊ ਟੈਕਨੀਕਸ ਨਾਰਥ ਈਸਟ ਏਸ਼ੀਆ ਐਂਡ ਸਾਈਬੇਰੀਆ। ਅਮਰੀਕਾ, ਨਾਰਥ ਈਸਟ ਏਸ਼ੀਆ, ਸਾਈਬੇਰੀਆ, ਇਹਨਾਂ ਦੀ ਕਿਤੇ ਗੱਲ ਹੋਈ ਹੈ ਟੈਕਨੀਕ ਵਗੈਰਾ ਦੀ? ਆਪਾਂ ਦੇਖੀਏ ਅਮਰੀਕਾ ਦੀ ਕਿੱਧਰ ਗੱਲ ਹੋਈ ਹੈ ਆਪਣੀ ਕਿਹੜੀ ਸਟੇਟਮੈਂਟ ਦੇ ਵਿੱਚ। ਦੇਖੋ ਕਿਤੇ ਅਮਰੀਕਾ ਦੀ ਕਿਤੇ ਗੱਲ ਹੋਈ ਹੋਵੇ। ਉਹ ਯੂਨਾਈਟਿਡ ਸਟੇਟ ਆਫ ਅਮਰੀਕਾ, ਬਟ ਇਹਦੇ ਨਾਲ ਕੈਨੇਡਾ ਵੀ ਹੈ ਤੇ ਇੰਡੀਆ ਵੀ ਹੈ, ਠੀਕ ਹੈ, ਸੌਰੀ ਇੰਡੀਅਨ ਹੈ। ਤੇ ਹੋਰ ਆਪਣਾ ਆ ਰਿਹਾ ਅਮਰੀਕਾ ਤੇ ਇੱਕ ਆਹ ਵਾ ਅਮਰੀਕਾ, ਮਤਲਬ ਕਿ ਆਪਣਾ 7th ਤੇ 9th ਵਿੱਚੋਂ ਚਾਂਸ ਹੈ। ਅੱਗੇ ਦੇਖੋ have long been accepted as the launching ground for the first human colonies new world, but there one major wave of migration, or take a major wave see migration ਦੀ across Bering Strait into the America। ਫਿਰ ਤੁਹਾਡਾ repeat ਹੋ ਗਿਆ और several and when, ਇਹ event ਕਦੋਂ ਹੋਇਆ और event ਟੇਕ ਪਲੇਸ ਤੇ ਇਵੈਂਟ ਕਿਹੜੀ ਜਗ੍ਹਾ ਤੇ ਹੋਇਆ, ਤੁਹਾਨੂੰ ਕੁਐਸਚਨ ਪੁੱਛੇ ਉਹਨਾਂ ਨੇ। ਇਨ ਰੀਸੈਂਟ ਈਅਰਸ ਨਿਊ ਕਲੂਜ਼ ਹੈਵ ਕਮ ਫਰੋਮ ਰਿਸਰਚ ਇਨਟੂ ਜੈਨੇਟਿਕ ਇਨਕਲੂਡ ਦਾ ਡਿਸਟ੍ਰੀਬਿਊਸ਼ਨ, ਜੋ ਵੀ ਹੈਗਾ। ਮਤਲਬ ਤੁਹਾਡਾ ਆਨਸਰ ਕੀ ਹੋਏਗਾ 7th, ਕਿਉਂਕਿ ਉਹਨਾਂ ਨਾਲੇ ਤੁਹਾਡਾ ਲੌਂਗ ਵੀ ਮੈਚ ਹੋ ਗਿਆ। ਤੇ ਇੱਥੇ ਕੀ ਕਿਹਾ ਉਹਨਾਂ ਨੇ, ਕੋਜ਼ਿਸ ਮਤਲਬ ਕਾਰਨ, ਕੋਈ ਕਾਰਨ ਨਹੀਂ ਉਹਨਾਂ ਨੇ ਦੱਸੇਗੇ, ਉਹਨਾਂ ਨੇ ਕੁਐਸਚਨ ਪੁੱਛੇ ਕਿ ਉਹ ਇਵੈਂਟ ਕਦੋਂ ਹੋਇਆ ਵਾ, ਕਿਹੜੀ ਜਗ੍ਹਾ ਤੇ ਹੋਇਆ, ਠੀਕ ਹੈ। ਤੁਹਾਡਾ ਆਨਸਰ ਕੀ ਹੋ ਗਿਆ ਇੱਦਾਂ 7th। 16 ਤਾਂ ਆਪਾਂ ਕਰਦੇ ਹਾਂ, ਠੀਕ ਹੈ, ਬਟ ਜਿਹੜੀਆਂ ਹੋ ਗਈਆਂ ਮੈਂ ਆਪਾਂ ਉਹਨਾਂ ਨੂੰ ਕ੍ਰੋਸ ਕਰ ਦਿੰਨੇ ਆ ਤਾਂ ਕਿ ਆਪ ਨੂੰ ਭੁਲੇਖਾ ਨਾ ਪਵੇ, ਠੀਕ ਹੈ। ਹਾਂਜੀ ਗਾਇਸ, ਇਹ ਆਪਣੀਆਂ 3 ਹੋ ਗਈਆਂ ਹੋਈਆਂ ਮੈਂ ਇਹਨਾਂ ਨੂੰ ਕ੍ਰੋਸ ਕਰ ਦਿੱਤਾ ਵਾ। ਹਲੇ ਡੈਂਟਲ ਐਵੀਡੈਂਸ ਨਹੀਂ ਹੋਈ, ਠੀਕ ਹੈ। ਜਿਹੜੀਆਂ ਹੋਈਆਂ ਉਹਨਾਂ ਦਾ ਮੈਂ ਕ੍ਰੋਸ ਇੱਧਰ ਵਾਲੀ ਸਾਈਡ ਕੀਤਾ ਹੋਇਆ ਵਾ। 3 or 4 ਲਾਈਨਸ ਐਂਡ ਲਾਸਟ 3 or 4 ਲਾਈਨਸ ਪੜ੍ਹਦੇ ਹਾਂ। ਆਪਸ਼ਨ ਸੀ ਦੀਆਂ ਪੜ੍ਹਨ ਲੱਗੇ ਹਾਂ, ਠੀਕ ਹੈ। ਫਿਰ ਐਨ ਇੰਪੋਰਟੈਂਟ ਪ੍ਰੋਜੈਕਟ led by the biological anthropologist Robert William focused ਉਹਨਾਂ ਨੇ just ਕੀਤਾ variants ਕੀ ਹੁੰਦੇ ਇੱਕ called GM allotypes, like ਇਹ ਬਲੱਡ ਦੀਆਂ ਟਾਈਪਸ ਹੈਗੀਆਂ ਵਾ ਸਾਰੀਆਂ of one particular protein hemoglobin G in the portion of human blood। ਮੈਂ ਤੁਹਾਨੂੰ ਕਿਹਾ ਸੀ ਨਾ ਇਹ ਬਲੱਡ ਦੀਆਂ ਟਾਈਪਸ ਹੈਗੀਆਂ। ਮੈਂ ਫਸਟ 4 ਲਾਈਨਸ ਪੜ੍ਹੀਆਂ, ਲਾਸਟ 4 ਲਾਈਨਸ ਇੱਧਰ ਹੈ। Different population one can establish their genetic distance, which itself can be calibrated to give an indication of the length of time since these population last interbred। ਗਾਈਜ਼ ਮੈਂ ਇਹ ਉਹਨਾਂ ਵਾਸਤੇ ਟਿਪ ਦੱਸਣ ਲੱਗੀ ਹਾਂ ਜਿਨ੍ਹਾਂ ਨੂੰ ਲੈਕ ਆਫ ਅੰਡਰਸਟੈਂਡਿੰਗ ਦੀ ਪ੍ਰੋਬਲਮ ਹੈ, ਕਿ ਮੰਨ ਲਓ ਤੁਹਾਨੂੰ ਆ ਸਮਝ ਨਹੀਂ ਲੱਗਾ ਕਿ ਕੀ ਲਿਖਿਆ ਹੋਇਆ ਵੈ, ਬਟ ਆਨਸਰ ਤੁਸੀਂ ਬਿਲਕੁਲ ਸਹੀ ਫਾਈਂਡ ਕਰਨਾ ਚਾਹੁੰਦੇ ਹੋ ਤਾਂ ਫਿਰ ਦੇਖੋ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਈ ਕਿ ਇਹਦੇ ਵਿੱਚ ਬਾਇਓਲੋਜੀ ਦੀ ਗੱਲ ਹੋਈ ਹੈ, ਬਲੱਡ ਵੇਰੀਐਂਟਸ ਦੀ ਗੱਲ ਹੋਈ ਹੈ, ਠੀਕ ਹੈ। ਬਾਕੀ ਮੇਨ ਤੁਸੀਂ ਕੀਵਰਡ ਵੇਖ ਲਓ। ਪੋਪੂਲੇਸ਼ਨ ਰਿਪੀਟ ਹੋ ਰਿਹਾ ਵੈ, ਉਹਨਾਂ ਨੇ ਕਿਹਾ ਵਾ ਰਿਜ਼ਲਟ, ਰਿਸਰਚ ਦੀ ਗੱਲ ਨਹੀਂ ਹੋਏਗੀ, ਬਲੱਡ ਵੇਰੀਐਂਟ ਦੀ ਗੱਲ ਜ਼ਰੂਰ ਹੋਈ ਹੈ। ਗ੍ਰੀਨਬਰਗ ਦੀ ਗੱਲ ਨਹੀਂ ਹੋਏਗੀ, ਡੈਂਟਲ ਦੀ ਵੀ ਨਹੀਂ ਕਿਤੇ ਗੱਲ ਹੋਈ, ਠੀਕ ਹੈ। ਇੰਡੀਅਨ ਮਾਈਗ੍ਰੇਸ਼ਨ, ਕੈਨੇਡਾ ਦੀ ਵੀ ਨਹੀਂ ਗੱਲ ਹੋਈ। ਫਰਦਰ ਜੈਨੇਟਿਕ ਐਵੀਡੈਂਸ 3 ਵੇਵ ਦੀ ਤਾਂ ਬਿਲਕੁਲ ਵੀ ਨਹੀਂ ਹੋਏਗੀ। ਕੁਐਸਚਨ ਅਬਾਊਟ ਦਾ ਕੋਰਸਿਸ ਅਮਰੀਕਾ ਦੀ ਤਾਂ ਬਿਲਕੁਲ ਵੀ ਨਹੀਂ ਹੋਏਗੀ। ਹਾਊ ਐਨਾਲਾਈਸਿਸ ਬਲੱਡ ਵੇਰੀਐਂਟ,
ਬਲੱਡ ਵੇਰੀਐਂਟ ਦੀ ਗੱਲ ਹੋਈ ਸੀ ਸਾਡੇ ਕੋਲ। ਮਈਅਰਸ ਦਾ ਕਲੋਜ਼ਨੈਸ ਆਫ ਦਾ ਰਿਲੇਸ਼ਨਸ਼ਿਪ ਬਿਟਵੀਨ ਡਿਫਰੈਂਟ ਪਾਪੂਲੇਸ਼ਨ ਦੀ ਵੀ ਗੱਲ ਹੋਈ ਸੀ। ਵੇਖੋ ਕੋਈ ਲਿਸਟ ਆਫ ਹੈਡਿੰਗ ਨਹੀਂ ਮੈਚ ਕਰਦੀ ਪਈ ਸਿਵਾਏ 10th ਦੇ। ਮੈਂ ਸਿੱਧਾ ਆਨਸਰ 10th ਲਾ ਦੇਣਾ, ਮੈਂ ਕੋਈ ਵੇਖਣਾ ਨਹੀਂ ਹੈ। ਕਿਉਂਕਿ ਮੇਰੀ ਕੋਈ ਵੀ ਹੈਡਿੰਗ ਮੈਚ ਨਹੀਂ ਕਰਦੀ ਪਈਗੀ। ਕਿਸੇ ਵਿੱਚ ਕੈਨੇਡਾ ਦਿੱਤਾ ਹੋਇਆ ਵਾ, ਕਿਸੇ ਵਿੱਚ ਅਮਰੀਕਾ ਦਿੱਤਾ ਹੋਇਆ, ਬਟ ਇਹ ਪੂਰੀ ਮੈਚ ਕਰਦੀ ਪਈ ਹੈ। ਵਿਦਾਊਟ ਐਨੀ ਟਾਈਮ ਵੇਸਟੇਜ ਤੁਸੀਂ ਆਪਣਾ ਕੀ ਲਗਾਓ 10th, ਤਾਂ ਕਿ ਤੁਹਾਡੇ ਕੋਲ ਪ੍ਰੂਫ ਰੀਡਿੰਗ ਵਾਸਤੇ ਟਾਈਮ ਬਚ ਸਕੇ। ਠੀਕ ਹੈ, ਮੈਂ 10th ਆਪਸ਼ਨ ਕਰੋਸ ਵੀ ਕਰ ਦਿੱਤੀ ਹੈ ਤੇ ਮੈਂ ਆਪਸ਼ਨ ਵੀ ਲਗਾ ਦਿੱਤਾ ਵਾ ਸੈਕਸ਼ਨ ਸੀ ਤੇ। ਠੀਕ ਹੈ ਗਾਇਜ਼, ਇੱਦਾਂ ਆਪਣਾ ਟਾਈਮ ਸੇਵ ਕਰਿਆ ਕਰੋ। ਹੁਣ ਆਪਾਂ ਸੈਕਸ਼ਨ ਡੀ ਦੀਆਂ ਪੜ੍ਹਦੇ ਹਾਂ ਲਾਈਨਸ, ਫਸਟ 3 ਔਰ 4 ਤੇ ਲਾਸਟ ਵਾਲੀਆਂ ਪੜਾਂਗੇ। ਠੀਕ ਹੈ, ਲਾਈਨਸ ਦੇ ਵਿੱਚ ਵਿਲੀਅਮਸ ਉਸਦੇ ਦੋਸਤ ਕੋਲੀਗ ਸੈਂਪਲ ਦਾ ਬਲੱਡ, ਉਹਨਾਂ ਨੇ ਬਲੱਡ ਦਾ ਸੈਂਪਲ ਲਿੱਤਾ ਆਫ ਓਵਰ ਕਿੰਨੇ ਲੋਕਾਂ ਦਾ 500 ਅਮਰੀਕਨ ਇੰਡੀਅਨਸ ਦਾ ਇਨ ਦਾ ਵੈਸਟਰਨ ਨਾਰਥ ਅਮਰੀਕਾ ਡਿਊਰਿੰਗ ਅ 20 ਈਅਰ ਪੀਰੀਅਡ। ਮਤਲਬ ਕਿ ਇਹਦਾ ਵਿੱਚ ਮੇਨ ਬਲੱਡ ਹੋ ਗਿਆ ਜਾਂ ਫਿਰ ਆਪਣੀ ਆਪਸ਼ਨ ਅਮਰੀਕਾ ਵਾਲੀ ਹੋ ਗਈ। ਠੀਕ ਹੈ, ਦੇ ਫਾਊਂਡ, ਉਹਨਾਂ ਨੇ ਫਾਊਂਡ ਕੀਤਾ ਦੈਟ ਦੇਅਰ GM ਐਲੋਟਾਈਪਸ ਕੁਡ ਬੀ ਡਿਵਾਈਡਡ ਹੋ ਸਕਦੇ ਆ ਇਨਟੂ 2 ਗਰੁੱਪਸ, ਵਨ ਆਫ ਵਿਚ ਜੋ ਵੀ ਹੈਗਾ ਵੈ। ਠੀਕ ਹੈ, ਜਿਹਦਾ ਜਸਟ ਇੰਨਾ ਹੀ ਹੈ ਕਿ ਨੈਵੋਜੋ ਐਪੇਚੇ ਆਈਏਟਡ ਸਾਊਥ ਫਰੋਮ ਕੈਨੇਡਾ ਅਬਾਊਟ ਇੰਨਾ, ਮਤਲਬ ਕਿ ਇੰਨੇ ਸਾਲ ਪਹਿਲਾਂ ਇੰਨੇ ਲੋਕ ਮਾਈਗ੍ਰੇਟ ਹੋਏ ਸੀ। ਸਾਰਾ ਡਾਟਾ ਤੁਹਾਨੂੰ ਦਿੱਤਾ ਹੋਇਆ ਵੈ, ਵੇਵਸ ਦਿੱਤੀ ਹੋਈਆਂ, ਸੈਕਿੰਡ ਵੇਵ, ਥਰਡ ਵੇਵ। ਠੀਕ ਹੈ, ਜੇਕਰ ਤੁਸੀਂ ਕਹਿੰਦੇ ਹੋ 3 ਵੇਵ ਥਿਊਰੀ ਤੁਹਾਡਾ ਆਨਸਰ ਆ ਸਕਦਾ ਵੈ, ਬਟ ਇਹ ਤਾਂ ਜੈਨੇਟਿਕ ਨਾਲ ਐਵੀਡੈਂਸ ਦਿੱਤਾ ਹੋਇਆ ਨਾ ਇੱਧਰ ਅਗਲਾ। ਠੀਕ ਹੈ, ਫਿਰ ਫਸਟ ਵੇਖੋ ਆਪਸ਼ਨ ਦਾ, ਜਦੋਂ ਉਹਨਾਂ ਨੇ ਸੈਂਪਲ ਲਿੱਤਾ, ਰਿਸਰਚ ਉਹਨਾਂ ਨੇ ਰਿਜ਼ਲਟ, ਜਦੋਂ ਉਹਨਾਂ ਨੇ ਰਿਸਰਚ ਕੀਤਾ ਤਾਂ ਫਿਰ ਰਿਜ਼ਲਟ ਇਹੀ ਨਿਕਲਿਆ ਸੀ ਕਿ 2 ਟਾਈਪਸ ਦੇ ਵਿੱਚ ਵੰਡਿਆ ਗਿਆ ਸੀ ਉਹਨਾਂ ਨੂੰ। ਦੱਸੋ ਫਿਰ ਆਪਣਾ ਆਪਸ਼ਨ ਕਿਹੜਾ ਮੈਚ ਕਰਦਾ ਪਿਆ ਵਾ? ਫਸਟ ਨਹੀਂ ਮੈਚ ਕਰਦਾ ਪਿਆਗਾ। ਨਾਲ ਇੰਡੀਅਨ ਮਾਈਗ੍ਰੇਸ਼ਨ ਵੀ ਦਿੱਤਾ ਜੇ ਤੁਸੀਂ ਕੈਨੇਡਾ ਵਾਲਾ ਕਹਿ ਰਹੇ ਹੋ। ਸਮਝ ਲੱਗੀ ਕਿ ਮੈਂ ਕਿਸ ਤਰ੍ਹਾਂ ਸਮਝਾਇਆ? ਕੀਵਰਡ ਮੈਚ ਕਰਕੇ ਮੇਨ ਫਸਟ 3 ਔਰ 4 ਲਾਈਨਸ ਪੈਰਾਗ੍ਰਾਫ ਦੀਆਂ ਪੜ੍ਹੋ, ਨੀਚੇ ਪੜ੍ਹੋ, ਉੱਪਰੋਂ ਪੜ੍ਹੋ। ਜਿਹੜੇ ਤੁਹਾਨੂੰ ਮੇਨ ਕੀਵਰਡ ਲੱਗਦੇ ਪਏ ਆ ਉਹ ਇੱਧਰੋਂ ਆ ਕੇ ਤੁਸੀਂ ਜਿਹੜੇ ਅੰਡਰਲਾਈਨ ਖੁਦ ਕੀਤੇ ਹੈ ਕੀਵਰਡ, ਉਹਨਾਂ 'ਤੇ ਤੁਹਾਡੀ ਸਿੱਧੀ ਨਿਗਾਹ ਜਾਏਗੀ। ਜਦੋਂ ਸਿੱਧੀ ਨਿਗਾਹ ਗਈ ਤਾਂ ਫਿਰ ਤੁਹਾਨੂੰ ਆਨਸਰ ਆਪ ਹੀ ਮਿਲਣੇ ਸ਼ੁਰੂ ਹੋ ਜਾਣੇ ਆ। ਠੀਕ ਹੈ, ਅੱਗੇ ਵੀ ਕਹਿੰਦੀ ਹੁੰਦੀ ਹੈ ਕਿ ਸਮਾਰਟ ਵਰਕ ਨੂੰ ਵੀ ਪ੍ਰੈਫਰ ਕਰਦੇ ਆਇਆ ਕਰੋ। ਇਹ ਆਪਸ਼ਨ ਵੇਖੀਏ, ਆਪਸ਼ਨ ਦੇ ਵਿੱਚ ਵੇਖੋ ਹਾਊ ਫਾਰ ਡਜ਼ ਅਦਰ ਰਿਸਰਚ ਸਪੋਰਟ these conclusions, ਉਹ ਕਿੱਦਾਂ ਮਤਲਬ ਕਿ ਸਪੋਰਟ ਕਰਦੇ ਇਹਨਾਂ ਕੰਕਲੂਜਨ ਨੂੰ। ਜੈਨੇਟਿਕ ਡੁਗਲਸ ਵਾਰੈਲਸ ਹੈਜ਼ ਸਟੱਡੀਡ mitochondrial DNA in blood samples from 3 widely separated Native American groups. ਗਾਇਸ ਧਿਆਨ ਨਾਲ ਦੇਖੋ, ਤੁਸੀਂ ਬਲੱਡ ਸੈਂਪਲ ਪੜ੍ਹਿਆ ਸੀ ਉੱਧਰ ਜੈਨੇਟਿਕ ਜੀਨਸ ਦਾ, 3 ਵਾਈਡਲੀ ਤੁਸੀਂ ਪੜ੍ਹਿਆ ਸੀ 3 ਵੇਵ। ਆ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ। 6th ਜਦੋਂ ਤੁਸੀਂ ਫਸਟ ਲਗਾਉਣੀ ਸੀ, ਤੁਸੀਂ ਪਹਿਲਾਂ 6th ਪੜ੍ਹੀ ਸੀ ਫਿਰ ਫਸਟ ਲਗਾਈ ਸੀ। ਜੈਨੇਟਿਕ ਐਵੀਡੈਂਸ ਰਿਲੇਟਡ ਟੂ 3 ਵੇਵ ਥਿਊਰੀ, ਕਿ ਪਹਿਲਾਂ ਉਹਨਾਂ ਨੇ ਬਲੱਡ ਆਪਣਾ ਚੈੱਕ ਵਗੈਰਾ ਕੀਤਾ, ਰਿਜ਼ਲਟ ਵਗੈਰਾ ਕੱਢਿਆ, ਉਹਦਾ ਰਿਸਰਚ ਕੀਤੀ ਉਹਦੇ 'ਤੇ, ਫਿਰ ਕੀ ਉਸ ਦੇ ਬਾਅਦ ਵਿੱਚ ਕੀ ਹੈ 3 ਵੇਵ ਥਿਊਰੀਜ਼ ਬਣ ਗਈਆਂ। ਹੋ ਗਈ ਨਾ ਮੈਚ ਬਿਲਕੁਲ। ਗਾਈਜ਼ ਲੱਗਿਆ ਪਤਾ? ਦੇਖੋ ਸੈਕਸ਼ਨ E ਕੈਂਸਲ ਹੋ ਗਿਆ, ਹੁਣ ਹੈ ਐਫ ਦੇ ਵਿੱਚੋਂ ਆਪਣੇ ਕਿਹੜੇ ਰਹਿ ਗਏ? ਡੈਂਟਲ ਰਹਿ ਗਿਆ, ਗ੍ਰੀਨਬਰਗ, ਡੈਂਟਲ, ਲਿੰਗੁਇਸਟਿਕ, ਇੰਡੀਅਨ ਮਾਈਗ੍ਰੇਸ਼ਨ ਫਰੋਮ ਕੈਨੇਡਾ ਟੂ USA ਤੇ ਪ੍ਰੀ ਹਿਸਟੋਰਿਕ ਮਾਈਗ੍ਰੇਸ਼ਨ ਟੂ ਅਮਰੀਕਾ। ਦੇਖਦੇ ਹੁਣ ਆਪਾਂ ਕਿਹੜਾ ਪੈਰਾ ਪੜ੍ਹਨਾ ਹੈ? ਐਫ। 2 other kinds of research that have thrown some light, ਉਹਨਾਂ 'ਤੇ ਵੀ ਥੋੜ੍ਹੀ ਜਿਹੀ ਲਾਈਟ ਪਾਈ ਗਈ, on the origins of the Native American population। ਉਹ ਤਾਂ ਪ੍ਰੀ ਹਿਸਟੋਰਿਕ ਹੈ, ਮਤਲਬ ਕੁਐਸਚਨਸ ਵਾਲਾ ਵੈ, ਉਹ ਤਾਂ ਫਿਰ ਅਮਰੀਕਾ ਆਉਣਾ ਹੀ ਨਹੀਂ ਹੈ। ਠੀਕ ਹੈ, ਵਾਲੀ ਮੈਂ ਕਹਿੰਦੀ ਪਈ ਹਾਂ ਕਿ ਪ੍ਰੀ ਹਿਸਟੋਰਿਕ ਮਾਈਗ੍ਰੇਸ਼ਨ ਦੀ ਗੱਲ ਹੋਈ ਹੈ, ਪਹਿਲਾਂ ਦੀ ਮਾਈਗ੍ਰੇਸ਼ਨ ਦੀ ਗੱਲ ਹੋਈ ਹੈ ਅਮਰੀਕਾ ਦੇ ਵੱਲ, ਇਹ ਤਾਂ ਆਉਣਾ ਹੀ ਨਹੀਂ ਹੈ। ਠੀਕ ਹੈ, ਇਹ ਨਾ ਸੋਚਿਓ ਕਿ ਅਮਰੀਕਾ ਆ ਗਿਆ ਮਤਲਬ ਇਹ ਵਾਲਾ ਆਨਸਰ ਸਿੱਧਾ ਨਹੀਂ ਲਾ ਦੇਣਾ, ਪੜ੍ਹ ਕੇ ਲਾਉਣਾ ਪਰ ਸਮਾਰਟਨੈਸ ਦੇ ਨਾਲ। ਓਕੇ, ਦੇ ਇਨਵੋਲਵ ਦਾ ਸਟੱਡੀ ਆਫ ਤੀਥ ਐਂਡ ਆਫ ਲੈਂਗੁਏਜਿਸ। ਉਹਨਾਂ ਨੇ ਕਾਹਦੀ ਸਟੱਡੀ ਇਨਵੋਲਵ ਕੀਤੀ? ਤੀਥ ਤੇ ਲੈਂਗੁਏਜ। ਲਿੰਗੁਇਸਟਿਕ ਦੀ ਵੀ ਗੱਲ ਹੋਈ ਹੈ, ਤੀਥ ਦੀ ਵੀ ਗੱਲ ਹੋਈ ਹੈ ਡੈਂਟਲ ਕਹਿ ਕੇ, ਬਟ ਉੱਥੇ ਗ੍ਰੀਨਬਰਗ ਲਿਖਿਆ ਹੋਇਆ ਵੈ। ਠੀਕ ਹੈ, ਥਰਡ ਆਪਸ਼ਨ ਵੇਖੋ ਗ੍ਰੀਨਬਰਗ ਐਨਾਲਾਈਸਿਸ, ਸੋ ਇਸ ਕਰਕੇ ਇਹ ਵੀ ਆਪਸ਼ਨ ਨਹੀਂ ਹੈਗਾ ਥਰਡ। ਹੁਣ ਪਹਿਲੀਆਂ 4 ਲਾਈਨਸ ਪੜ੍ਹ ਲਈਆਂ ਹੋਈਆਂ ਆਪਾਂ, ਹੁਣ ਆਪਾਂ ਪੜ੍ਹੀਏ ਲਾਸਟ ਵਾਲੀਆਂ 4 ਲਾਈਨਸ। ਏਸ਼ੀਅਨ ਪੋਪੂਲੇਸ਼ਨ ਬਾਈ ਕਰਾਊਨ ਐਂਡ ਰੂਟ, ਟੀਥ ਵਿੱਚ ਹੀ ਹੁੰਦਾ ਸਾਰਾ ਕੁਛ। ਟ੍ਰੇਡ ਸੱਚ ਐਸ ਇਨਸੀਸਰ ਵੀ ਉਹਦੇ ਵਿੱਚ ਹੁੰਦਾ ਵੈ, ਟੀਥ ਦੇ ਵਿੱਚ ਆਪਣਾ ਅੰਦਰ ਮਾਊਥ ਦੇ ਵਿੱਚ। ਸ਼ੋਵਲਿੰਗ ਅ ਸਕੂਪ ਆਰ ਬੋਥ ਸਰਫੇਸ ਆਫ ਦੀ ਟੁੱਥ। ਸਿੰਗਲ ਰੂਟਡ ਅਪਰ ਫਸਟ ਪ੍ਰੀਮੋਲਰਸ ਐਂਡ ਟ੍ਰਿਪਲ ਰੂਟਡ ਲੋਅਰ ਫਸਟ ਮੋਲਰਸ। ਮਤਲਬ ਇਹ ਕਿੱਧਰ ਆਪਣਾ ਆਨਸਰ ਜਾਏਗਾ ਹੁਣ ਫਿਰ? ਤੁਹਾਨੂੰ ਲੱਗਦਾ ਪ੍ਰੀ ਹਿਸਟੋਰਿਕ ਅਮਰੀਕਨਸ
ਮਾਈਗ੍ਰੇਟ ਦੀ ਗੱਲ ਨਹੀਂ ਹੋਈ ਉੱਥੇ, ਕੋਈ ਕੁਐਸਚਨ ਨਹੀਂ ਪੁੱਛਿਆ ਉਹਨਾਂ ਨੇ, ਠੀਕ ਹੈ। ਲਾਸਟ ਤੇ ਫਸਟ ਲਾਈਨਸ ਪੜ੍ਹਨੀਆਂ ਤੁਸੀਂ ਜਸਟ ਹੋ ਗਿਆ। ਡੈਂਟਲ ਐਵੀਡੈਂਸ ਪੂਰਾ ਸਾਨੂੰ ਮੋਲਰਸ, ਪ੍ਰੀਮੋਲਰਸ, ਇਨਸੀਸਰਸ ਵਗੈਰਾ ਦਿੱਤਾ ਹੋਇਆ ਵਾ, ਠੀਕ ਹੈ, ਰੂਟਸ ਵਗੈਰਾ, ਕੈਨਾਲਸ ਵਗੈਰਾ। ਮਤਲਬ ਫਿਰ ਸਾਡਾ ਆਪਸ਼ਨ ਕੀ ਹੋ ਗਿਆ? ਸੈਕਿੰਡ। ਗਾਇਸ ਹੁਣ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੈਂ ਜਿਹੜੀ ਵੀ ਟਿਪ ਦੱਸੀ ਹੈ ਲਿਸਟ ਆਫ ਹੈਡਿੰਗ ਦੀ, ਕਿ ਉੱਪਰੋਂ ਪੜ੍ਹੋ ਤੇ ਨੀਚੇ ਪੜ੍ਹੋ, ਜਸਟ 3 or 4 ਲਾਈਨਸ ਤੁਸੀਂ ਵੇਖਿਆ ਵਾ ਕਿ ਪੂਰੀ ਸਿੱਧੀਆਂ ਹੀ ਸਾਨੂੰ ਇਨਫੋਰਮੇਸ਼ਨ ਉੱਪਰੋਂ ਜਾਂ ਨੀਚੋਂ ਮਿਲ ਗਈਆਂ ਵਾ। ਪਹਿਲਾਂ ਆਪਾਂ ਜਸਟ ਕੀਵਰਡਸ ਨੂੰ ਅੰਡਰਲਾਈਨ ਕੀਤਾ, ਦੈਨ ਉੱਪਰੋਂ ਪੜ੍ਹ ਕੇ ਨੀਚਿਓਂ ਪੜ੍ਹ ਕੇ ਜਿਹੜੇ ਆਪਣੀ ਮੇਨ ਕੀਵਰਡ ਸੀ ਉਹਨਾਂ ਦੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕੀਤੀ। ਗਾਇਸ ਅੱਗੇ ਤੁਹਾਡਾ 20 ਤੇ 21 ਹੈ ਤੁਹਾਡੇ ਕੁਐਸਚਨਸ ਸੋਲਵ ਕਰਨ ਦੇ ਲਈ ਰੀਡਿੰਗ ਦੇ ਵਿੱਚ, ਬਟ ਇਹ ਥੋੜ੍ਹਾ ਜਿਹਾ ਡਿਫਰੈਂਟ ਹੈ, ਲਾਈਕ ਤੁਹਾਨੂੰ ਮੈਪ ਦਿੱਤਾ ਹੋਇਆ ਵੈ, ਠੀਕ ਹੈ। ਤੁਸੀਂ ਧਿਆਨ ਨਾਲ ਸੋਲਵ ਕਰਨਾ ਵਾ ਇਸ ਮੈਪ ਨੂੰ, ਧਿਆਨ ਨਾਲ ਦੇਖੋ ਹੁਣ ਕਿਵੇਂ ਕਰਨਾ ਵਾ। 15,000 ਔਰ ਮੋਰ ਹੈ ਨਾ, ਹੁਣ ਆਪਾਂ ਦੇਖਦੇ ਹਾਂ ਕਿ 15,000 ਔਰ ਮੋਰ ਕਿੱਥੇ ਦਿੱਤਾ ਵਾ, ਬਟ ਇਹ ਵੇਖੋ ਜਿਹੜੀਆਂ ABCEF ਜਿਹੜੇ ਲੈਟਰਸ ਹੈਗੇ ਆ, ਇਹ ਸਾਰੇ C ਦਾ ਡਾਇਰੈਕਟ ਜਾ ਰਿਹਾ, ਮਤਲਬ ਈਸਟ ਵੱਲ, ਠੀਕ ਹੈ। E ਸਾਊਥ ਵੱਲ ਜਾ ਰਿਹਾ, F ਵੀ ਸਾਊਥ ਵੱਲ ਜਾ ਰਿਹਾ, ਬਿਲਕੁਲ ਸਾਊਥ ਅਮਰੀਕਾ ਦੇ ਕੋਲ, ਤੇ E ਜਿਹੜਾ ਜਾ ਰਿਹਾ ਕਿੱਧਰ ਜਾ ਰਿਹਾ? ਸੈਂਟਰਲ ਅਮਰੀਕਾ ਦੇ ਕੋਲ। ਲਾਈਨ ਵੇਖੋ, ਠੀਕ ਹੈ। A ਉੱਪਰ ਨੂੰ ਜਾ ਰਿਹਾ, ਮਤਲਬ ਕਿ ਨਾਰਥ ਵੱਲ, ਤੇ D ਤਾਂ ਹੈ ਹੀ ਸਭ ਤੋਂ ਵੱਖਰਾ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਕਿ 15,000 ਨੂੰ ਮੋਰ ਦੀ ਆਪਣੀ ਗੱਲ ਕਿੱਥੇ ਹੋਈ ਹੈ। ਆ ਨਹੀਂ ਹੋਈ ਆਪਣੀ 15,000 years ago was ancestral ਕਿੱਥੋਂ ਦੇ ਸੀ ਸਾਰੇ? to all Central and South America Indians. First polio Indian ਆਪਣੀ ਵੇਵ ਸੀ ਜਿਹੜੀ more than ਇੰਨੇ ਸਾਲ ਪਹਿਲਾਂ, ਠੀਕ ਹੈ। ਅਨਸੈਸਟਰਲ ਉੱਥੋਂ ਦੇ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਸੀ ਕਿੱਥੋਂ ਦੇ ਸੀ ਸਾਰੇ? ਸੈਂਟਰਲ ਐਂਡ ਸਾਊਥ ਅਮਰੀਕਨ ਇੰਡੀਅਨਸ। ਦੇਖੋ ਲੱਗਿਆ ਨਾ ਪਤਾ, ਇਹ ਇੱਧਰ ਵੀ ਜਾ ਰਹੀ ਹੈ ਵੇਵ, ਜਿਹੜੀ ਲਾਈਨ ਹੈਗੀ ਹੈ ਸੈਂਟਰਲ ਅਮਰੀਕਾ ਵੱਲ, ਤੇ ਅੱਗੇ ਸਾਊਥ ਅਮਰੀਕਾ ਵੱਲ ਵੀ F ਕੱਲੀ ਜਾ ਰਹੀ ਹੈ ਸਾਊਥ ਅਮਰੀਕਾ ਵੱਲ, ਬਸ ਸਾਊਥ ਅਮਰੀਕਾ ਵੱਲ ਵੀ ਨਹੀਂ ਜਾ ਰਹੀ, ਉਹ ਆਪਣੀ ਅਲੱਗ ਹੀ ਹੈ। ਉਹ 21st 600 to 700 only migrated south from Canada about 600 or 700 years ago। ਸਿੱਧਾ ਹੀ ਦਿੱਤਾ ਹੋਇਆ ਵੈ, only migrated ਜਿਹੜੇ ਮਾਈਗ੍ਰੇਟ ਹੋਏ ਸੀ ਸਾਊਥ ਫਰੋਮ ਕੈਨੇਡਾ, ਸਾਊਥ ਤੋਂ ਕੈਨੇਡਾ ਤੋਂ ਕਿੱਧਰ ਹੋਏ ਸੀ ਮਾਈਗ੍ਰੇਟ? ਸਾਊਥ ਵੱਲ। ਦੇਖੋ ਧਿਆਨ ਨਾਲ ਇੱਥੇ ਕੀ ਦਿੱਤਾ ਹੋਇਆ ਵੈ? ਫਰੋਮ ਕੈਨੇਡਾ ਅਬਾਊਟ 600 or 700 years ago। 600 to 700 ਮੈਚ ਹੋ ਗਿਆ। ਹੁਣ ਆਪਾਂ ਕੈਨੇਡਾ ਵੱਲ ਗੱਲ ਕਰਨੀ ਹੈ। ਕੈਨੇਡਾ ਵੱਲ ਦੇਖੋ ਜਿਹੜੇ ਮੂਵ ਹੋਏ ਸੀ, ਆਵੇ ਇੱਧਰੋਂ ਐਰੋ ਆ ਕੈਨੇਡਾ, ਫਰੋਮ ਕੈਨੇਡਾ, ਧਿਆਨ ਨਾਲ ਦੇਖੋ, ਫਰੋਮ ਮਤਲਬ ਤੋਂ, ਕੈਨੇਡਾ ਤੋਂ ਮੂਵ ਹੋਏ ਸੀ, ਇੱਥੋਂ ਲੈ ਕੇ, ਮਤਲਬ ਆਪਸ਼ਨ ਕੀ ਹੋ ਗਿਆ ਫਿਰ ਆਪਣਾ? ਡੀ। ਕਿਉਂਕਿ ਤੁਹਾਨੂੰ ਮੇਰਾ ਇਸ ਜਿਹੜਾ ਮੈਂ ਤੁਹਾਨੂੰ ਮੈਪ ਸਮਝਾਇਆ ਵਾ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਜੇਕਰ ਨਹੀਂ ਸਮਝ ਲੱਗਾ ਦੈਨ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਵੀ ਪੁੱਛ ਸਕਦੇ ਹੋ, ਅਤੇ ਦੈਨ ਤੁਸੀਂ ਮੈਨੂੰ ਇੰਸਟਾਗ੍ਰਾਮ ID ਤੇ IELTS with Sophia ਤੇ ਵੀ ਪੁੱਛ ਸਕਦੇ ਹੋ, ਠੀਕ ਹੈ। ਹੁਣ ਆਪਾਂ ਇਹ ਕਰਦੇ ਹਾਂ, ਮੈਂ ਜਾਣ ਕੇ ਇੱਦਾਂ ਦੀ ਰੀਡਿੰਗ ਤੁਹਾਡੇ ਵਾਸਤੇ ਚੂਜ਼ ਕੀਤੀ ਸੀ ਕਿ ਸਿੰਪਲ ਕੁਐਸਚਨ ਤੁਹਾਨੂੰ ਆ ਜਾਂਦੇ ਆ ਸੋਲਵ ਕਰਨੇ, ਤੁਹਾਨੂੰ ਇੱਦਾਂ ਦਾ ਕੁਝ ਪਤਾ ਨਹੀਂ ਲੱਗਦਾ ਗਾ, ਤਾਂ ਕਿ ਇੱਦਾਂ ਦੇ ਵਿੱਚ ਤੁਸੀਂ ਕੀ ਹੈ ਸਟਰੋਂਗ ਹੋ ਜਾਓ। ਇੱਦਾਂ ਫਸਟ, ਸੈਕਿੰਡ, ਥਰਡ ਵੇਵ ਤੇ ਨਾਲ ਕੀ ਹੈ ਗਰੁੱਪਸ ਦੇ ਨੇਮ ਦਿੱਤੇ ਹੋਏ। ਦੇਖਦੇ ਹਾਂ ਕਿਵੇਂ ਆਪਣਾ ਕਰੈਕਟ ਲੈਟਰ, ਜਸਟ ਕਰੈਕਟ ਲੈਟਰ ਲਿਖਣਾ, ਠੀਕ ਹੈ, ਹੋਰ ਕੁਛ ਨਹੀਂ ਲਿਖਣਾ ਗਾ। ਨੰਬਰ ਵੇਖ ਕੇ ਡਰ ਨਹੀਂ ਜਾਣਾ ਗਾ, ਕਿਉਂਕਿ ਆਪਾਂ ਇੱਥੇ ਨੰਬਰ ਨਹੀਂ ਲਿਖਣਾ ਗਾ। ਧਿਆਨ ਨਾਲ ਦੇਖੋ, ਰਾਈਟ ਦਾ ਕਰੈਕਟ ਲੈਟਰ ABC ਇਨ ਬੋਥ ਸੀਜ਼ 20 to 25, 2 to 25 ਔਨ ਯੋਰ ਆਂਸਰ ਸ਼ੀਟ। ਔਰ ਅਪੈਕੇ ਪੀਮਾ ਪਪਾਗੋ ਟਿਕੁਨਾ। ਇਸ ਵੇਖੋ ਰੀਡਿੰਗ ਨੂੰ ਸੋਲਵ ਕਰਦੇ ਕਰਦੇ ਜਦੋਂ ਤੁਸੀਂ ਪਿੱਛੇ ਆ ਗਏ ਆਪਣੇ ਆਨਸਰ ਨੂੰ ਫਾਈਂਡ ਕਰਦੇ ਕਰਦੇ ਤੁਹਾਡੀ ਸਿੱਧੀ ਨਿਗਾਹ ਪਈ ਕਿ ਇੱਥੇ ਤੁਸੀਂ ਪੜ੍ਹਿਆ ਸੀ ਫਰੋਮ ਕੈਨੇਡਾ, ਤੇ ਇੱਥੇ ਤੁਸੀਂ ਪੜ੍ਹਿਆ ਸੀ ਨਵਾਜੋ ਐਂਡ ਅਪਾਚੇ। ਉੱਥੇ ਵੀ ਉਹਨਾਂ ਨੇ ਇਹੀ ਪੁੱਛਿਆ ਵਾ ਨਵਾਜੋ ਐਂਡ ਅਪਾਚੇ, ਇਹ ਕਿਹੜੀ ਹੈ? ਨਵਾਜੋ ਐਂਡ ਅਪਾਚੇ ਦਾ ਆਫ ਐਨਸੈਸਟਰਸ ਸੈਕਿੰਡ ਵੇਵ, ਠੀਕ ਹੈ। ਥਰਡ ਵੇਵ ਦੀ ਤਾਂ ਨੀਚੇ ਗੱਲ ਹੋਈ ਹੈ, ਕਿਹੜੀ ਵੇਵ ਹੈ? ਸੈਕਿੰਡ ਵੇਵ। ਆਪਾਂ ਪੜ੍ਹਿਆ ਸੀ ਇਨਿਊਟ ਗਾਈਸ ਆ ਪਿਆ ਹੋਇਆ ਵੈ, ਦੇਖੋ ਸਾਰੇ ਥਰਡ ਵੇਵ, ਫਸਟ ਵੇਵ, ਇੱਥੇ ਹੀ ਸਾਰੇ ਉਹਨਾਂ ਨੇ ਆਨਸਰ ਦਿੱਤੇ, ਮਤਲਬ ਇੱਥੇ ਹੀ ਪੜ੍ਹੇ ਆ, ਠੀਕ ਹੈ, ਇੱਥੇ ਹੀ ਪਏ ਹੋਏ ਆ। ਧਿਆਨ ਨਾਲ ਦੇਖੋ, ਇਨਿਊਟ ਦੀ ਗੱਲ ਹੋਈ ਸੀ ਆਪਣੇ ਕੋਲ, ਇਨਿਊਟ ਨੂੰ ਹੋਰ ਕੀ ਕਿਹਾ ਵਾ? ਐਸਕੀਮੋ ਐਂਡ ਏਲੀਅਟ, ਤੇ ਐਸਕੀਮੋ ਐਂਡ ਏਲੀਅਟ ਵੇਖੋ ਨੀਚੇ ਵੀ ਕਿਹਾ ਵਾ ਐਸਕੀਮੋ ਐਂਡ ਏਲੀਅਟ। ਫਿਰ ਇੱਥੋਂ ਸਮਝ ਲੱਗ ਕੇ ਤੁਹਾਨੂੰ ਇੱਥੇ ਕੀ ਸਮਝ ਲੱਗਾ ਕਿ ਇਹ ਇਨਿਊਟ ਹੈ, ਉਹਨਾਂ ਨੇ ਘੁਮਾ ਕੇ ਦਿੱਤਾ ਹੋਇਆ ਵਾ, ਠੀਕ ਹੈ। ਐਸਕੀਮੋ ਐਂਡ ਏਲੀਅਟ ਇਨਿਊਟ, ਇਹ ਕਿਹੜੀ ਵੇਵ ਹੈ?
ਥਰਡ ਵੇਵ। ਫਿਰ ਉਹਨਾਂ ਨੇ ਆਪਾਂ ਪੜ੍ਹਿਆ ਸੀ ਪੀਮਾ ਪਪਾਗੋ ਵਾਲੀ, ਪੀਮਾ ਪਪਾਗੋ ਨਹੀਂ ਦਿੱਤਾ ਗਾ, ਉਹਨਾਂ ਨੇ ਇਹ ਦਿੱਤਾ ਵਾ ਦ ਫਸਟ ਪੋਲੀਓ ਇੰਡੀਅਨ ਵੇਵ। ਮਤਲਬ ਕਿ ਪੋਲੀਓ, ਇਹਦੇ ਨਾਲ ਪੋਲੀਓ ਉਹਨਾਂ ਨੇ ਕਿਹਨੂੰ ਕਿਹਾ ਵਾ, ਪੋਲੀਅਨ ਇੰਡੀਅਨ ਵੇਵ ਪੀਮਾ ਪਪਾਗੋ ਨੇ ਹੀ ਕਿਹਾ ਹੋਇਆ ਵਾ ਉਹਨਾਂ ਨੇ, ਹੋਰ ਇੱਥੇ ਕੋਈ ਹੈ ਹੀ ਨਹੀਂ ਹੈ, ਤੁਸੀਂ ਪੜ੍ਹ ਵੀ ਸਕਦੇ ਹੋ, ਠੀਕ ਹੈ। ਇੰਡੀਅਨ ਕਿਹਨੂੰ ਕਿਹਾ ਵਾ, ਪੀਮਾ ਪਪਾਗੋ ਨੂੰ। ਇਹ ਕਿਹੜੀ ਵੇਵ ਆ ਫਿਰ, ਫਸਟ। ਗਾਈਜ਼ ਡਨ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਲੱਗਦੀ ਹੋਵੇਗੀ, ਠੀਕ ਹੈ। ਆਪਣਾ ਟਿਕੋਨਾ ਵਾਲਾ ਕੁਐਸਚਨ ਆਪਾਂ ਲੱਭਦੇ ਹਾਂ, ਬਟ ਆਪ ਨੂੰ ਟਿਕੋਨਾ ਵਾਲਾ ਕੁਐਸਚਨ ਲੱਭਦੇ ਲੱਭਦੇ ਆ ਲੱਭ ਗਿਆ ਪੀਮਾ ਪਪਾਗੋ ਇੰਡੀਅਨ। ਉਹ ਇੰਡੀਅਨਸ ਤੁਹਾਨੂੰ ਲੱਭ ਗਿਆ ਨਾ, ਤੇ ਇੱਥੇ ਕੀ ਸੀ ਤੁਹਾਡੇ ਕੋਲ, ਆਇਓ ਇੰਡੀਅਨ। ਕਿਹੜੀ ਵੇਵ ਹੈ, ਫਸਟ। ਫਰੋਮ 3 ਵਾਈਡਲੀ ਸੈਪਰੇਟਡ ਨੇਟਿਵ ਅਮਰੀਕਨ ਗਰੁੱਪਸ ਪੀਮਾ ਪਪਾਗੋ ਇੰਡੀਅਨਸ ਐਂਡ ਐਰੀਜ਼ੋਨਾ। ਲੱਗ ਗਿਆ ਪਤਾ, ਇਹ ਕਿਹੜਾ ਫਿਰ, ਫਸਟ ਵੇਵ। ਤੁਸੀਂ ਬਿਲਕੁਲ ਸਹੀ ਆਨਸਰ ਲਗਾਇਆ। ਬਟ ਅੱਗੇ ਵੇਖੋ, ਇਹਨਾਂ ਨੇ ਹਜੇ ਗੱਲ ਕਰਦੇ ਪਏ ਆ ਮਾਇਆ ਇੰਡੀਅਨਸ ਔਨ ਦਾ ਯੂਕਾਟਨ ਪੈਨਿਨਸੂਲਾ ਮੈਕਸੀਕੋ ਐਂਡ, ਇਹ ਹਜੇ ਜਸਟ ਫਸਟ ਦੀ ਹੀ ਗੱਲ ਹੋ ਰਹੀ ਹੈ, ਕਿਉਂਕਿ ਪੀਮਾ ਪਪਾਗੋ ਫਸਟ ਦੀ ਹਜੇ ਗੱਲ ਹੋਈ ਹੈ। ਉੱਪਰ ਵੀ ਫਸਟ ਦੀ ਗੱਲ ਹੋਈ ਸੀ, ਪਲਾਇਓ ਇੰਡੀਅਨ ਫਸਟ ਵਾਲਾ ਸੀ, ਠੀਕ ਹੈ। ਜੇ ਫਸਟ ਦੀ ਹੀ ਗੱਲ ਚੱਲਦੀ ਪਈ ਹੈ, ਮੈਕਸੀਕੋ ਐਂਡ ਟਿਕੋਨਾ ਇੰਡੀਅਨਸ ਇਨ ਐਮਾਜ਼ੋਨ ਰੀਜਨ ਆਫ ਬ੍ਰਾਜ਼ੀਲ। ਮਤਲਬ ਤੁਹਾਡਾ ਟਿਕੋਨਾ ਫਿਰ ਆਨਸਰ ਕੀ ਹੋ ਗਿਆ, ਫਿਰ ਇਹ ਵੀ ਫਸਟ ਵੇਵ। ਹੁਣ ਆਪਾਂ ਕਰਦੇ ਹਾਂ ਤੁਹਾਡਾ 26th ਕੁਐਸਚਨ। ਕ੍ਰਿਸਟੀ ਟਰਨਰ ਦੀ ਰਿਸਰਚ ਕਿਹਦੇ ਰਿਕਾਰਡਿੰਗ ਹੈ, ਪਹਿਲਾਂ ਆਪਾਂ ਨੇਮ ਲੱਭਦੇ ਹਾਂ, ਠੀਕ ਹੈ, ਤੇ ਇਹਨੂੰ ਕੀਵਰਡਸ ਅੰਡਰਲਾਈਨ ਕਰਦੇ ਹਾਂ। ਧਿਆਨ ਨਾਲ ਦੇਖੋ, ਤੁਹਾਨੂੰ ਇੱਕ ਕੰਮ ਦੀ ਟਿਪ ਦੱਸਦੀ ਹਾਂ ਕਿ ਮਲਟੀਪਲ ਚੋਇਸ ਕੁਐਸਚਨ ਕਿੱਦਾਂ ਸੋਲਵ ਕਰਿਆ ਕਰੋ। ਮੈਂ ਬੜੀ ਵਾਰੀ ਵੇਖਿਆ ਵੈ ਇੱਦਾਂ ਹੀ ਆਨਸਰ ਹੁੰਦਾ ਵੈ, ਲਿਸਨਿੰਗ ਵਿੱਚ ਵੀ ਮਲਟੀਪਲ ਚੋਇਸ ਕੁਐਸਚਨ ਦੇ ਵਿੱਚ ਇੱਦਾਂ ਹੀ ਹੁੰਦਾ ਵੈ। ਮੈਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੀ, ਠੀਕ ਹੈ। ਧਿਆਨ ਨਾਲ ਪਹਿਲਾਂ ਇਹ ਦੇਖੋ ਕਿ ਤੁਸੀਂ ਕੀਵਰਡ ਅੰਡਰਲਾਈਨ ਕਰ ਦਿੱਤੇ, ਇਹ ਹੋ ਗਈ ਤੁਹਾਡੇ ਫਸਟ ਨੰਬਰ 'ਤੇ ਕੰਮ ਤੁਹਾਡਾ, ਠੀਕ ਹੈ। ਪਹਿਲਾਂ ਤੁਹਾਡਾ ਕੰਮ ਸੀ ਕੀਵਰਡ ਅੰਡਰਲਾਈਨ, ਫਿਰ ਫਾਈਂਡ ਸੇਮ ਵਰਡ, ਫਾਈਂਡ ਸੇਮ ਵਰਡ। ਫਾਈਂਡ ਸੇਮ ਵਰਡ ਮਤਲਬ ਕਿ ਸੇਮ ਵਰਡ ਫਾਈਂਡ ਕਰੋ। ਫੋਰ ਐਗਜ਼ਾਮਪਲ ਇੱਥੇ ਵੀ ਅਮੈਰੀਕਨ ਹੈ, ਬਟ ਇੱਥੇ ਅਮੈਰੀਕਨਸ ਹੈ, ਇੱਥੇ ਏਸ਼ੀਅਨ ਹੈ, ਇੱਥੇ ਏਸ਼ੀਅਨਸ ਹੈ, ਠੀਕ ਹੈ। ਵੇਖੋ ਧਿਆਨ ਨਾਲ, ਇੱਥੇ ਅਮੈਰੀਕਨ, ਇੱਥੇ ਅਮੈਰੀਕਨਸ, ਇੱਥੇ ਏਸ਼ੀਅਨ, ਇੱਥੇ ਏਸ਼ੀਅਨਸ। ਪਾਪੂਲੇਸ਼ਨ ਕਿਤੇ ਹੋਰ ਨਹੀਂ ਹੈਗਾ, ਅਮੈਰੀਕਨਸ ਸੇਮ ਹੋ ਗਿਆ ਨਾ। ਪ੍ਰੀ ਹਿਸਟੋਰਿਕ, ਪ੍ਰੀ ਹਿਸਟੋਰਿਕ ਹੈ ਨਾ। ਦੇਖੋ ਹੁਣ ਕਿਹੜੇ ਕਿਹੜੇ ਸਾਡਾ ਸੇਮ ਹੈ, ਏ ਤੇ ਸੀ। ਹੁਣ ਅਸੀਂ ਦੇਖਦੇ ਹਾਂ ਕਿ ਸਾਡਾ ਆਨਸਰ ਏ ਜਾਂ ਸੀ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਈ ਤੇ ਡੀ ਦੇ ਵਿੱਚ ਚਾਂਸਿਸ ਬਹੁਤ ਘੱਟ ਹੈ ਕਿ ਤੁਹਾਡਾ ਇਹ ਆਨਸਰ ਹੋਵੇਗਾ, ਠੀਕ ਹੈ। ਹੁਣ ਆਪਾਂ ਏ ਤੇ ਸੀ ਵੇਖਦੇ ਹਾਂ। ਆਪਾਂ ਟਿਕੋਨਾ ਵਾਲਾ ਪੜ੍ਹਿਆ ਸੀ ਇੱਥੇ ਗਾਈਜ਼, ਤਾਂ ਫਿਰ ਆਪਾਂ ਨੀਚੇ ਨੀਚੇ ਜਾਣਾ ਸੀ। ਦੇਖੋ ਨੀਚੇ ਨੀਚੇ ਜਾ ਕੇ ਆਪਣੀ ਸਿੱਧੀ ਨਿਗਾਹ ਕਿਹਦੇ ਤੇ ਪਈ, ਕ੍ਰਿਸਟੀ ਟਰਨਰ ਤੇ। ਪੜੋ ਧਿਆਨ ਦੇ ਨਾਲ। ਇਹ ਆਰਗਿਊ ਐਟ ਟੂਥ ਕਰਾਊਨਸ ਐਂਡ ਰੂਟਸ, ਮਤਲਬ ਹੋਈ ਤਾਂ ਗੱਲ ਤੁੱਤ ਬਾਰੇ ਹੀ ਹੈ, ਠੀਕ ਹੈ। ਤੁੱਤ ਆਪਣੇ ਕੋਲ ਹੈਗਾ ਸੀ ਉੱਥੇ, ਆਪਣੇ ਕੋਲ ਉਧਰ ਇੱਧਰ ਪੈਸੇਜ ਦੇ ਵਿੱਚ ਤੁੱਤ ਹੈ, ਬਟ ਇੱਥੇ ਤੀਤ ਹੈ। ਬਾਕੀ ਵੇਖਦੇ ਆਪਣਾ ਮੈਚ ਹੁੰਦਾ। ਤੁੱਤ ਕਰਾਊਨਸ ਐਂਡ ਰੂਟਸ ਹੈਵ ਅ ਹਾਈ ਜੈਨੇਟਿਕ ਕੰਪੋਨੈਂਟ। ਨਿਊ ਓਲਡ ਸਪਾਈਸਮੈਨ, ਨਿਊ ਓਲਡ ਵਰਡ ਸਪਾਈਸਮੈਨ। ਜੇਕਰ ਤੁਹਾਨੂੰ ਲੱਗਦਾ ਕਿ ਨਿਊ ਔਰ ਓਲਡ ਵਰਡ ਹੋ ਸਕਦਾ, ਠੀਕ ਹੈ, ਬਟ ਥਾਊਜ਼ੈਂਡ ਆਫ ਪੀਪਲ ਹੂ ਲਿਵ, ਜਾਂ ਤਾਂ ਉਹ ਨਿਊ 'ਚ ਰਹਿੰਦੇ ਆ ਸੰਸਾਰ 'ਚ, ਜਾਂ ਫਿਰ ਉਹ ਓਲਡ ਸੰਸਾਰ ਦੇ ਵਿੱਚ। ਕੋਈ ਗੱਲ ਹੋਈ, ਥਾਊਜ਼ੈਂਡ ਤਾਂ ਬਿਲਕੁਲ ਹੀ ਨਹੀਂ ਗੱਲ ਹੋਈ, ਠੀਕ ਹੈ। ਫਿਰ ਸਪਾਈਸਮੈਨ ਦੀ ਗੱਲ ਹੋਈ, ਬਟ ਡੈਂਟਲ ਦੀ ਕਿਤੇ ਮੈਜੋਰਿਟੀ, ਜਿਹਨੂੰ ਬਹੁਮਤ ਦਿੱਤਾ ਉਹਨਾਂ ਨੇ, ਉਹਦੀ ਕਿਤੇ ਗੱਲ ਹੋਈ ਮੈਜੋਰਿਟੀ ਦੀ। ਸਪਾਈਸਮੈਨ ਬੋਥ ਐਂਸ਼ੀਅਨ ਐਂਡ ਮੋਡਰਨ ਦੋਨੋਂ ਹੀ ਸੀ। ਸੁਜੈਸਟ ਦੈਟ ਮੈਜੋਰਿਟੀ ਉਹਨਾਂ ਨੇ ਕਿਹਨੂੰ ਦਿੱਤੀ ਹੈ, ਪ੍ਰੀ ਹਿਸਟੋਰਿਕ ਅਮੈਰੀਕਨਸ ਆਰ ਲਿੰਕ ਟੂ ਨਾਰਥਰਨ ਏਸ਼ੀਅਨ ਪਾਪੂਲੇਸ਼ਨ। ਦੇਖੋ ਧਿਆਨ ਦੇ ਨਾਲ, ਇੱਥੇ ਇਹਨਾਂ ਨੇ ਕੀ ਕਿਹਾ, ਬੋਥ, ਦੋਨੋਂ ਹੀ ਐਂਸ਼ੀਅੰਟ, ਐਂਡ ਦੈਟ ਦਾ ਮੈਜੋਰਿਟੀ ਆਫ ਪ੍ਰੀ ਹਿਸਟੋਰਿਕ ਅਮੈਰੀਕਨਸ ਆਰ ਲਿੰਕ ਟੂ ਨਾਰਥਰਨ ਏਸ਼ੀਅਨ ਪਾਪੂਲੇਸ਼ਨ ਬਾਈ ਕਰਾਊਨ ਐਂਡ ਰੂਟ ਟ੍ਰੇਡਸ। ਇੱਥੇ ਕਿਤੇ ਡੈਂਟਲ ਸਪਾਈਸਮੈਨ ਫਰੋਮ ਦੀ ਮੈਜੋਰਿਟੀ, ਜਸਟ ਮੈਜੋਰਿਟੀ ਦੀ ਗੱਲ ਹੋਈ ਹੈ ਪ੍ਰੀ ਹਿਸਟੋਰਿਕ ਅਮੈਰੀਕਨਸ ਦੀ, ਬਟ ਏਸ਼ੀਆ ਦੀ ਗੱਲ ਨਹੀਂ ਹੋਈ। ਉੱਥੇ ਲਿੰਕਡ ਟੂ ਨਾਰਥਰਨ ਏਸ਼ੀਆ ਕਿਹਾ, ਠੀਕ ਹੈ। ਇੱਥੇ ਕਿਤੇ ਲਿੰਕਡ ਟੂ ਏਸ਼ੀਆ ਨਹੀਂ ਕਿਹਾ ਨਾ, ਨਾਰਥਰਨ ਹੈਬਿਟਸ ਤੇ ਤਾਂ ਵੈਸੇ ਹੀ ਗੱਲ ਨਹੀਂ ਹੋਏਗੀ, ਠੀਕ ਹੈ। ਪ੍ਰੀ ਹਿਸਟੋਰਿਕ ਮੈਜੋਰਿਟੀ ਕਿਹਾ ਤਾਂ ਹੈ, ਬਟ ਉਹਨਾਂ ਨੇ ਨਾਲ ਏਸ਼ੀਆ ਵੀ ਕਿਹਾ, ਉਹਦੀ ਗੱਲ ਵੀ ਨਹੀਂ ਹੋਈ। ਮਤਲਬ ਫਿਰ ਸਾਡਾ ਕਿੱਧਰ ਆ ਗਿਆ, ਇੱਧਰ ਆ ਗਿਆ ਇਹ ਆਨਸਰ। ਏਸ਼ੀਆ ਵੀ ਕਿਹਾ ਵੈ, ਉਹਨਾਂ ਨੇ ਕਿਹਾ ਸੀ ਐਂਸ਼ੀਅੰਟ ਐਂਡ ਮਾਡਰਨ, ਪ੍ਰੀ ਹਿਸਟੋਰਿਕ ਐਂਡ ਮਾਡਰਨ, ਉਹਨਾਂ ਨੇ ਮਾਡਰਨ, ਉਹਨਾਂ ਨੇ ਬੋਥ ਵੀ ਕਿਹਾ ਸੀ, ਅਸੀਂ ਬੋਥ ਵੀ ਲਗਾਤਾ, ਮਤਲਬ ਸਾਡਾ ਇਹ ਆਨਸਰ ਹੋ ਗਿਆ। ਮਤਲਬ ਕਿ ਤੁਸੀਂ ਇੱਕ ਕੀਵਰਡ ਅੰਡਰਲਾਈਨ ਕਰੋ, ਫਾਈਂਡ ਸੇਮ ਵਰਡ ਕਰੋ, ਦੈਨ ਦੂਸਰਾ ਕੀ ਹੈ, ਐਲੀਮੀਨੇਟ ਮੈਥਡ ਅਪਣਾਓ।
ਐਲੀਮੀਨੇਟ ਮੈਥਡ ਤੇ ਮੈਂ ਪ੍ਰੋਪਰ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਰਿਗਾਰਡਿੰਗ MCQ। ਜੇਕਰ ਤੁਹਾਨੂੰ ਪ੍ਰੋਬਲਮ ਹੈ MCQ ਸੋਲਵ ਕਰਨ ਦੇ ਵਿੱਚ ਦੈਨ ਪਲੀਜ਼ ਵਾਚ ਮਾਈ ਦੈਟ ਵੀਡੀਓ। ਜੀ ਗਾਇਸ ਆਪਾਂ ਪੈਸੇਜ ਸੈਕਿੰਡ ਕਰ ਚੁੱਕੇ ਹਾਂ, ਠੀਕ ਹੈ। ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਈ ਦੈਨ ਯੂ ਕੈਨ ਕਮੈਂਟ ਮੀ ਇਨ ਦਾ ਕਮੈਂਟ ਬਾਕਸ, ਆਈ ਵਿਲ ਰਿਪਲਾਈ ਯੂ। ਹਾਂਜੀ ਗਾਇਸ ਹੁਣ ਆਪਾਂ ਪੈਸੇਜ ਥਰਡ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਇਸ ਦੇ ਵਿੱਚ ਟਰੂ ਫਾਲਸ ਹੈ। ਟਰੂ ਫਾਲਸ ਨੂੰ ਆਪਾਂ ਮੇਨ ਪਹਿਲਾਂ ਅੰਡਰਲਾਈਨ ਕਰ ਲੈਂਦੇ ਹਾਂ। ਦੇਖੋ ਗਾਇਸ ਮੈਂ ਮੇਨ ਅੰਡਰਲਾਈਨ ਕਰ ਦਿੱਤੇ ਆ ਕੀਵਰਡਸ। ਹੁਣ ਆਪਾਂ 27th ਲੱਭਦੇ ਹਾਂ ਕਿ 27 ਦੇ ਵਿੱਚ ਕੀ ਹੈਗਾ ਵਾ। ਫੋਰੈਸਟ ਪ੍ਰੋਬਲਮਸ ਹੈ ਜਿਹੜੀ ਮੈਡੀਟੇਰੀਅਨ ਕੰਟਰੀਜ਼ ਦੀਆਂ ਉਹ ਡਿਸਕਸ ਕੀਤੀਆਂ ਜਾਂਦੀਆਂ ਨੇ ਐਟ ਦਾ ਨੈਕਸਟ ਮੀਟਿੰਗ ਦੇ ਵਿੱਚ ਆਫ ਦੀ ਐਕਸਪਰਟਸ। ਨਾਲ ਹੀ ਆਪਾਂ ਦੂਸਰਾ ਪੜ੍ਹ ਲਈਏ ਪ੍ਰੋਬਲਮਸ ਇਨ ਨੋਰਡਿਕ ਕੰਟਰੀਜ਼। ਜਿਹੜੀਆਂ ਨੋਰਡਿਕ ਕੰਟਰੀਜ਼ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਐਕਸਕਲੂਡ ਹੈ, ਮਤਲਬ ਨਾ ਇੰਕਲੂਡਡ ਇਹ ਸ਼ਾਮਿਲ ਨਹੀਂ ਹੈਗੀਆਂ, ਮਤਲਬ ਉਲਟ ਹੈ ਇੰਕਲੂਡਡ ਦਾ, ਬਿਕੋਜ਼ ਦੇ ਆਰ ਆਊਟਸਾਈਡ, ਕਿਉਂਕਿ ਉਹ ਬਾਹਰ ਹੈ ਦਾ ਯੂਰਪੀਅਨ ਇਕਨੋਮਿਕ ਕਮਿਊਨਿਟੀ ਤੋਂ। ਕੀ ਹੈ ਉਹ ਬਾਹਰ ਹੈ। ਕਿਹੜੀਆਂ ਕੰਟਰੀਜ਼? ਨੋਰਡਿਕ ਕੰਟਰੀਜ਼। ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਵਾ ਵਿੱਚ ਸੋਲਵ ਨਹੀਂ ਕੀਤੀਆਂ ਗਈਆਂ, ਠੀਕ ਹੈ। ਦੇ ਫਸਟ ਪੈਸੇਜ ਆ ਵਾਲਾ ਹੈਗਾ ਵਾ, ਏਡਾ ਵੱਡਾ ਵਾ ਪੈਸੇਜ, ਧਿਆਨ ਨਾਲ ਵੇਖ ਕੇ ਡਰ ਨਾ ਜਾਇਆ ਜੇ। ਤੁਹਾਨੂੰ ਪਹਿਲਾਂ ਹੀ ਕਿਹਾ ਵਾ ਕਿ ਲਾਸਟ ਤੇ ਜਾਂ ਪਹਿਲਾਂ ਤੇ ਸਟਾਰਟਿੰਗ ਵਿੱਚ ਜਾਇਆ ਕਰੋ, ਤੁਹਾਡਾ ਆਨਸਰ ਇੱਥੇ ਹੀ ਪਿਆ ਹੁੰਦਾ ਵਾ। ਕਦੇ ਟਰੂ ਫਾਲਸ ਦਾ ਵੀ ਆਨਸਰ ਤੁਹਾਡਾ ਇੱਥੇ ਪਿਆ ਹੋਇਆ ਵਾ। ਇਹਨਾਂ ਵਿੱਚ ਡੀਪਲੀ ਜਾਣ ਤੇ ਮੈਂ ਆਪਣਾ ਟਾਈਮ ਵੇਸਟ ਕਰਨ ਦੀ ਬਜਾਏ ਮੈਂ ਕੀ ਕਰੂੰਗੀ, ਮੈਂ ਉੱਪਰੋਂ ਥੋੜ੍ਹਾ ਜਿਹਾ ਪੜੂੰਗੀ, ਠੀਕ ਹੈ। ਉੱਪਰੋਂ ਨਹੀਂ ਹੈਗਾ ਯੂਰਪੀਅਨ ਕੰਟਰੀਜ਼ ਹੈ, ਮੇਰਾ ਨੋਰਡਿਕ ਕੰਟਰੀਜ਼ ਹੈ, ਠੀਕ ਹੈ। ਹੁਣ ਮੈਂ ਨੀਚੇ ਪੜੂੰਗੀ ਆਵੇ ਨੋਰਡਿਕ ਕੰਟਰੀਜ਼। Their initial task was to decide which of the many forest problems, आवे problems आ गया, concern to Europe involve a large number of countries and might be the subject of joint action those confined। ਉਹ ਕਿਹਦੇ ਵਿੱਚ ਕੀਤੀਆਂ ਗਈਆਂ ਸੀ? include particular geographical area, ਠੀਕ ਹੈ। ਜੋਗ੍ਰਾਫੀਕਲ ਏਰੀਆ ਦੇ ਵਿੱਚ ਡਿਸਕਾਰਡ ਕੀਤੀਆਂ ਗਈਆਂ, ਜਦ ਕਿ ਇੱਥੇ ਇਹਨਾਂ ਨੇ ਕਿਹਾ ਵਾ ਪ੍ਰੋਬਲਮਸ ਨੋਰਡਿਕ ਕੰਟਰੀਜ਼ ਦੀਆਂ ਕਿਹਦੇ ਵਿੱਚ ਡਿਸਕਾਰਡ ਕੀਤੀਆਂ ਗਈਆਂ, ਐਕਸਕਲੂਡ ਕੀਤੀਆਂ ਗਈਆਂ ਸਾਈਡ ਦਾ ਯੂਰਪੀਅਨ ਇਕਨੋਮਿਕ ਕਮਿਊਨਿਟੀ। ਉੱਥੇ ਕਿਹਾ ਵਾ ਜੋਗ੍ਰਾਫੀਕਲ ਏਰੀਆ, ਮਤਲਬ ਤੁਹਾਡਾ ਆਨਸਰ ਕੀ ਹੋ ਗਿਆ ਫਿਰ, ਠੀਕ ਹੈ। ਤੇ 27 ਫੋਰੈਸਟ ਪ੍ਰੋਬਲਮ ਤਾਂ ਮੈਨੂੰ ਕਿਤੇ ਮਿਲਿਆ ਹੀ ਨਹੀਂ ਹੈ, ਨੈਕਸਟ ਮੀਟਿੰਗ ਵੀ ਨਹੀਂ ਮੈਨੂੰ ਮਿਲਿਆਗਾ, ਐਕਸਪਰਟਸ ਵੀ ਕੁਝ ਵੀ ਨਹੀਂ ਮਿਲਿਆ ਮੈਨੂੰ, ਮਤਲਬ ਫਿਰ ਤੁਹਾਡਾ ਆਨਸਰ ਕੀ ਹੋ ਗਿਆ। ਆਪਾਂ ਕਰੀਏ 29 ਕਿ ਫੋਰੈਸਟ ਆਰ ਰੀਨਿਊਏਬਲ ਸੋਰਸ ਹੈ ਕਾਹਦਾ, ਆਫ ਰਾ ਮਟੀਰੀਅਲ। ਆਨਸਰ ਹੁਣ ਇੱਥੇ ਜੇ ਸੀ ਤੇ ਇਹਦਾ ਹੁਣ ਇੱਥੇ ਕਿਤੇ ਹੋਏਗਾ ਫੋਰੈਸਟ ਦਾ ਰਾ ਮਟੀਰੀਅਲ ਰੀਨਿਊਏਬਲ ਸੋਰਸ ਆ ਪਿਆ। ਰੀਨਿਊਡ ਪ੍ਰੋਡਕਸ਼ਨ ਆਫ ਵੁੱਡ, ਦੇਖੋ ਫੋਰੈਸਟ ਪ੍ਰੋਵਾਈਡ ਰਾ ਮਟੀਰੀਅਲ, ਹਿਊਮਨ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਮੈਂ ਹਿਊਮਨ ਦੇ ਜਿਹੜੇ ਡਿਫਰੈਂਟ ਐਕਟੀਵਿਟੀਜ਼ ਹੈ ਉਹ ਰਾ ਮਟੀਰੀਅਲ ਯੂਜ਼ ਕਰਦੀਆਂ ਮੈਂ ਥਰੂ ਦੇ ਆਰ ਕੌਨਸਟੈਂਟਲੀ ਰੀਨਿਊਡ ਪ੍ਰੋਡਕਸ਼ਨ ਆਫ ਵੁੱਡ ਨੂੰ ਕਿੰਨੀ ਵਾਰੀ ਰੀਨਿਊ ਕਰਦੇ ਆ, ਯੂਜ਼ ਕਰਦੇ ਆ। ਸਰ ਹੁਣ ਕੀ ਹੋ ਗਿਆ ਫਿਰ ਤੁਹਾਡਾ 29 ਦਾ ਟਰੂ, ਬਿਲਕੁਲ ਸਹੀ ਕਿਹਾ ਉਹਨਾਂ ਨੇ। ਦਾ ਬਾਇਓਲੋਜੀਕਲ ਫੰਕਸ਼ਨ ਆਫ ਫੋਰੈਸਟ ਦੇ ਜਿਹੜੇ ਬਾਇਓਲੋਜੀਕਲ ਫੰਕਸ਼ਨ ਹੈ ਵਰ ਰਿਕੋਗਨਾਈਜ਼ ਕਿਹਦੇ ਵਿੱਚ ਕਦੋਂ ਕੀਤੇ ਗਏ ਹੈ 20th ਸੈਂਚੁਰੀ। ਦੇਖੋ ਇਹਦੇ ਨੀਚੇ ਹੀ ਆਨਸਰ ਹੈ such as hunting, riding, hiking, the economic importance of ਫੋਰੈਸਟ ਦੀ ਜਿਹੜੀ ਇੰਪੋਰਟੈਂਸ ਹੈ ਉਹ ਮਤਲਬ ਕਿ ਕੀਤੀ ਗਈ ਹੈ, ਡਿਵੈਲਪਮੈਂਟ ਉਹਦੀ ਕੀਤੀ ਗਈ ਹੈ ਕਦੋਂ ਤੋਂ, ਉਹਨੂੰ ਕੀਤਾ ਗਿਆ ਵਾ ਕ੍ਰੀਏਟ ਸਿੰਸ ਦਾ ਡਾਨ ਆਫ ਮੈਨ, ਆਦਮੀ ਦੇ ਜਨਮ ਤੋਂ ਹੀ ਜਿਹੜੀ ਇੰਪੋਰਟੈਂਸ ਹੈ ਇਕਨੋਮਿਕ ਉਸਨੂੰ ਸਮਝਿਆ ਗਿਆ ਵਾ, ਜਦ ਕਿ ਉੱਥੇ ਕੀ ਕਿਹਾ ਸੀ 20th ਸੈਂਚੁਰੀ। ਮਤਲਬ ਆਨਸਰ ਕੀ ਹੋ ਗਿਆ ਫਿਰ ਤੁਹਾਡਾ ਫਾਲਸ, ਕਿਹੜਾ 30 ਦਾ ਸੀ, ਠੀਕ ਹੈ ਸਟੂਡੈਂਟਸ। ਕਰਨ ਲੱਗੀਆਂ 31 ਕਿ ਨੈਚੁਰਲ ਫੋਰੈਸਟ ਅੱਜ ਵੀ ਐਗਜ਼ਿਸਟ ਕਰਦੇ ਆ ਯੂਰਪ ਦੇ ਪਾਰਟ ਦੇ ਵਿੱਚ। 32 ਪੜ੍ਹ ਲਈਏ, ਸ਼ਾਇਦ ਆਪ ਨੂੰ ਆਨਸਰ ਮਿਲ ਜਾਵੇ ਜਿਵੇਂ ਆਪਣਾ ਫਸਟ ਸੈਕਿੰਡ ਹੋਇਆ ਸੀ 27 ਤੇ 28। ਫੋਰੈਸਟ ਪੋਲਿਸੀ ਲਿਮਿਟ ਹੋਣੀ ਚਾਹੀਦੀ ਹੈ ਬਾਈ ਨੈਸ਼ਨਲ ਬਾਉਂਡਰੀਜ਼। ਫੋਰੈਸਟ ਯੂਰਪ ਸਟ੍ਰੈਸਬਰਗ ਕਾਨਫਰੰਸ ਫੋਰੈਸਟ ਪੋਲਿਸੀ ਮਸਟ ਅਲਾਓ ਪੋਸੀਬਿਲਿਟੀ ਆਫ ਚੇਂਜ। ਮੇਨ ਆਪਾਂ ਕੀਵਰਡਸ ਮਾਈਂਡਸ ਦੇ ਵਿੱਚ ਰੱਖ ਲਏ ਸਟੂਡੈਂਟਸ, ਤੇ ਆਪਾਂ ਆਪਣੇ ਆਨਸਰ ਕੀ ਹੈ ਹੁਣ ਫਾਈਂਡ ਕਰਨਾ ਸਟਾਰਟ ਕਰਦੇ ਹਾਂ। ਇਹਦਾ ਆਨਸਰ ਇੱਥੇ ਸੀ, ਹੁਣ ਇਹਦਾ ਆਨਸਰ ਇੱਥੇ ਕਿਤੇ ਹੋਏਗਾ। ਨੈਚੁਰਲ ਫੋਰੈਸਟ ਹੈਜ਼ ਸਰਵਾਈਵਡ ਯੈਟ ਦੇਅਰ ਆਰ ਇਫੈਕਟਿਵਲੀ ਨੋ ਰਿਮੇਨਿੰਗ ਪ੍ਰਾਇਮਰੀ ਫੋਰੈਸਟ। ਪ੍ਰਾਇਮਰੀ ਮਤਲਬ ਜਿਹੜੇ ਪਹਿਲਾਂ ਹੁੰਦੇ ਆ, ਮਤਲਬ ਨੈਚੁਰਲ ਫੋਰੈਸਟ ਕੋਈ ਵੀ ਨਹੀਂ ਹੈਗਾ, ਤੇ ਯੂਰਪੀਅਨ ਫੋਰੈਸਟ ਦੇ ਵਿੱਚ ਸਾਰੇ ਕੀ ਹੈ ਆਰਟੀਫਿਸ਼ੀਅਲ, ਜਦਕਿ ਉਹਨਾਂ ਨੇ ਕੀ ਕਿਹਾ ਵਾ 31 ਦੇ ਵਿੱਚ ਨੈਚੁਰਲ ਫੋਰੈਸਟ। ਇਹਦਾ ਮਤਲਬ ਕੀ ਹੋ ਗਿਆ ਫਿਰ ਸਾਫ਼ ਹੀ ਆਨਸਰ। ਹੁਣ ਆਪਾਂ 32 ਕਰੀਏ, ਉਹਨਾਂ ਨੇ ਕਿਹਾ ਸੀ ਫੋਰੈਸਟ ਪੋਲਿਸੀ ਨੈਸ਼ਨਲ ਬਾਉਂਡਰੀ, ਬਟ ਇੱਥੇ ਕੀ ਨੈਸ਼ਨਲ ਫਰੰਟੀਅਰਸ ਨੂੰ ਹੀ ਇਹਨਾਂ ਨੇ ਕੀਤਾ ਹੋਇਆ ਵੈ। ਬਾਉਂਡਰੀ ਜਿਹੜੀ ਹੁੰਦੀ ਹੈ ਬਾਰਡਰ ਲਾਈਨ ਜਿਹੜੀ 2 ਪਾਰਟਸ ਡਿਵਾਈਡ ਕਰਦੀ ਹੈ ਕੰਟਰੀ ਦੇ ਏਰੀਆ ਨੂੰ, ਠੀਕ ਹੈ। ਬਟ ਨਾਲ ਨੈਸ਼ਨਲ ਬਾਉਂਡਰੀਜ਼ ਦੇ ਵਿੱਚ ਕਿਹਾ, ਤੇ ਨਾਲ ਉਹਨਾਂ ਨੇ ਕੀ ਕਿਹਾ ਵਾ ਜਨਰੇਸ਼ਨ ਆਫ ਪੀਪਲ। ਆ ਵੇਖੋ ਫੋਰੈਸਟ ਪੋਲਿਸੀ
is vital. Forest policy should be लिमिट होनी चाहिए है, पाइवटल होनी चाहिए बाय नेशनल बाउंड्रीज। थे इन्होंने की किया है, फॉरेस्ट पॉलिसी इज वाइटल, नेशनल बाउंड्रीज, फ्रंटियर्स बट जनरेशन ऑफ पीपल। फिर थोड़ा आंसर की हो गया नाल फाल्स हो गया, ਉਹਦਾ आंसर ਇਹਦਾ ਆ ਗਿਆ ਸਟ੍ਰੈਟਸਬਰਗ ਕਾਨਫਰੰਸ ਵਾਜ਼ ਵਨ ਆਫ ਦ ਫਰਸਟ ਇਵੈਂਟ। ਉਹੀ ਇੱਕ ਇਵੈਂਟ ਸੀ on such a scale to reach this conclusion, ਇਸ conclusion ਤੇ ਪਹੁੰਚਣ ਦੇ ਲਈ a general declaration was made that a central place in any ecological coherent forest policy must be given, must ਦੇਣੀ ਚਾਹੀਦੀ ਹੈ। ਠੀਕ ਹੈ, ਇਹ ਤਾਂ ਆ ਗਿਆ ਤੁਹਾਡਾ ਫਾਲਸ। ਸਟ੍ਰੈਟਸਬਰਗ ਕਾਨਫਰੰਸ ਸਟੇਟ ਫੋਰੈਸਟ ਪੋਲਿਸੀ ਮਸਟ ਅਲਾਓ, ਟਰੂ। ਓਕੇ, ਹੁਣ ਆਪਾਂ ਕਰੀਏ 34 गाइज। 34 तो 39 भी बड़े सौखे है, देख के घबराना नहीं है तुसी। अब मैं पूरे अंडरलाइन कर दिते है सारे मेन कीवर्ड्स। ਹੁਣ ਆਪਾਂ 34 ਲੱਭਦੇ ਹਾਂ। ਠੀਕ ਹੈ, ਇਹ ਇੱਕ ਤਰ੍ਹਾਂ ਦਾ ਲਿਸਟ ਆਫ ਹੈਡਿੰਗ ਹੀ ਹੈ। ਆਪਾਂ ਦੇਖਦੇ ਹਾਂ, ਹੁਣ ਆਪਾਂ ਸਟਾਰਟਿੰਗ ਤੇ ਜਾਵਾਂਗੇ। ਪਹਿਲਾਂ ਕੀਵਰਡਸ ਤੁਸੀਂ ਕੀ ਹੈ ਮਾਈਂਡ ਦੇ ਵਿੱਚ ਪਹਿਲਾਂ ਰੱਖ ਲੈਣੇ ਆ। ਠੀਕ ਹੈ, ਜਿਵੇਂ ਪ੍ਰੀਜ਼ਰਵਡ, ਨੈਚੁਰਲ ਫੋਰੈਸਟ, forest fires, loss of leaves, monitored, allocated, tree diseases, systematically gathered। ਇਹ ਸਾਰੇ ਮੇਨ ਮਾਈਂਡ ਵਿੱਚ ਰੱਖ ਕੇ priority treatment, Europe, shared, collected। resolution 1, resolution ਮੈਂ ਮੇਨ ਤੁਹਾਡੇ ਮਾਰਕ ਕਰ ਦਿੱਤੇ ਆ ਸਰਕਲ ਦੇ ਵਿੱਚ। ਫਸਟ ਆ ਰਿਹਾ resolution 1, the first purpose, the extension and systematization of surveillance sites to monitor forest decline। ਇਹਦਾ resolution 1 ਹੈ ਤੇ ਪੈਰਾਗ੍ਰਾਫ ਵੀ ਵੱਡਾ ਵੈ, ਮਤਲਬ ਇਹਦੇ ਆਨਸਰ ਬਸ ਨਾਲ ਹੀ ਛੁਪੇ ਹੋਣਗੇ ਫਸਟ, ਸੈਕਿੰਡ, ਫੋਰਥ, ਰੈਵੋਲੂਸ਼ਨ, ਥਰਡ ਦੇ। ਬਸ ਤੁਸੀਂ ਧਿਆਨ ਨਾਲ ਦੇਖਿਆ ਜੇ। ਹੁਣ ਦੇਖਦੇ ਆਪਾਂ ਇਹਦੇ ਕੀਵਰਡ ਮੈਚ ਹੁੰਦੇ ਜਾਂ ਨਹੀਂ ਹੁੰਦੇ। ਗਾਈਜ਼ 7th ਜੇ ਵੇਖੋ, ਇਨਫੋਰਮੇਸ਼ਨ, ਸਿਸਟਮੈਟਿਕਲੀ, ਡਿਕਲਾਈਨ, ਫੋਰੈਸਟ, ਸਿਸਟਮੈਟਿਕਲੀ ਡਿਕਲਾਈਨ, ਫੋਰੈਸਟ। ਓਕੇ, ਸੈਕਿੰਡ ਰੈਜ਼ੋਲੂਸ਼ਨ ਕਰੀਏ ਆਪਾਂ। ਰੈਜ਼ੋਲੂਸ਼ਨ ਤੇ ਕੀ ਪਿਆ ਵਾ, ਕੰਸਨਟਰੇਟ ਔਨ ਦਾ ਨੀਡ ਟੂ ਪ੍ਰੀਜ਼ਰਵ ਦਾ ਜੈਨੇਟਿਕ ਡਾਇਵਰਸਿਟੀ ਆਫ ਯੂਰਪੀਅਨ ਫੋਰੈਸਟ। ਇਹੀ ਹੈ ਤੁਹਾਡਾ ਆ ਪਿਆ ਫਸਟ। ਆਲ ਕਾਈਂਡਸ ਆਫ ਸਪੀਸ਼ੀਜ਼ ਆਫ ਟਰੀਜ਼ ਸ਼ੁੱਡ ਬੀ ਪ੍ਰੀਜ਼ਰਵਡ। ਸੌਖਾ ਬਸ ਧਿਆਨ ਨਾਲ। ਹੁਣ ਰੈਜ਼ੋਲੂਸ਼ਨ 3 ਕੀ ਹੈਗਾ, ਥਰਡ ਰੈਜ਼ੋਲੂਸ਼ਨ ਆ ਪਿਆ। ਥਰਡ ਰੈਜ਼ੋਲੂਸ਼ਨ ਤੁਹਾਡਾ ਗਾਈਜ਼, ਸਟ੍ਰੈਟਸਬਰਗ ਕਾਨਫਰੰਸ ਕੰਸੀਡਰ ਦ ਐਸਟੈਬਲਿਸ਼ਮੈਂਟ ਆਫ ਯੂਰਪੀਅਨ ਡਾਟਾ ਬੈਂਕ ਔਨ ਸਬਜੈਕਟ। डाटा बैंक वेखो, डाटा बैंक इंफॉर्मेशन ऑन फॉरेस्ट फायर्स शुड बी कलैक्टेड एंड शेयर्ड। डाटा बैंक की कलैक्ट करना, बैंक विच कलैक्ट। 37th रेजोल्यूशन 4, ध्यान नाल देखो। फोर्थ रेजोल्यूशन में उन्होंने की दिता वा, डिस्कस्ड बाय द मिनिस्टर्स वाज माउंटेन फॉरेस्ट इन यूरोप। इट इज़ अनडाउटली द माउंटेन इकोसिस्टम विच हैज़ चेंज्ड, ਜਿਹੜੇ ਚੇਂਜ ਕੀਤੇ ਗਏ ਆ ਰੈਪਿਡਲੀ। ਐਂਡ ਉਹ ਹੁਣ ਕੀ ਹੈ, ਰਿਸਕ ਦੇ ਵਿੱਚ ਹੈ। ਪਰਮਾਨੈਂਟ ਪੋਪੂਲੇਸ਼ਨ ਐਂਡ ਡਿਵੈਲਪਮੈਂਟ ਆਫ ਲੇਅਰ ਐਕਟੀਵਿਟੀਜ਼ हैज़ रिजल्टेड सिग्निफिकेंट लॉन्ग टर्म चेंजेस टू लोकल इकोसिस्टम। प्रेफर रिसर्च प्रोग्राम ऑन माउंटेन फॉरेस्ट। ਉੱਥੇ ਉਹਨਾਂ ਨੇ ਕੀ ਕਿਹਾ ਸੀ, ਮਾਊਂਟੇਨ ਫੋਰੈਸਟ ਆ ਪਿਆ। ਮਾਊਂਟੇਨ ਫੋਰੈਸਟ ਹੋਰ ਦੇਖੋ ਕੋਈ ਮਾਊਂਟੇਨ ਫੋਰੈਸਟ ਕੋਈ ਤੁਹਾਡਾ ਮੈਚ ਹੁੰਦਾ ਹੋਵੇ, ਕਿਉਂਕਿ ਹੁਣ ਆਪਣੇ ਕੋਲ ਟਾਈਮ ਥੋੜਾ, ਆਪਾਂ ਪ੍ਰੂਫ ਰੀਡਿੰਗ ਵੀ ਕਰਨੀ ਹੈ। ਫੋਰੈਸਟ ਇਹੀ ਹੈ ਇਕੱਲਾ, ਇਜ਼ ਯੋਰ ਆਂਸਰ। ਓਕੇ, ਰੈਜ਼ੋਲੂਸ਼ਨ 5 ਕੀ ਹੈਗਾ, ਰੈਜ਼ੋਲੂਸ਼ਨ 5 ਕੀ ਪਿਆ ਵਾ ਗਾਈਜ਼, European research network on the psychology of trees called Eroslavia. Eroslavia should support joint European research on tree diseases. G, tree diseases allocated to research into tree diseases. Correct answer G ਪਿਆ। ਮੇਨ ਕੀਵਰਡ ਚੱਕੋ। ਪਹਿਲਾਂ ਹੀ ਮੈਂ ਤੁਹਾਨੂੰ ਕਿਹਾ ਪੈਰਾ ਵੱਡਾ ਵਾ, ਉਹਨਾਂ ਨੇ ਇੰਨਾ ਉੱਥੇ ਡੀਪ ਨਹੀਂ ਜਾਣਾਗਾ। ਮੇਨ ਕੀਵਰਡ ਜਸਟ ਮੈਚ ਕਰੋ, ਜਸਟ ਮੈਚ ਦੀ ਗਾਈਜ਼ ਕੀਵਰਡਸ ਮੇਨ ਨਾउन। ਹੁਣ ਆਪਾਂ ਕਰਨ ਲੱਗੇ ਹਾਂ ਲਾਸਟ second question 39 resolution 6 established framework for a European research network on forest ecosystem. This would also involve harmonizing activities in individual countries as well as this would also involve harmonizing activities होंगे involve individual countries as well as identify करेंगे number of priority forest no protection। तो केड़ा आंसर हो सकता है तुहाडा, कोई ये नो डू नॉट नीड प्रियोरिटी ट्रीटमेंट तो हो ही नहीं रहा। बी अपना वैसे हो गया, ए अपना वैसे हो गया, एक रह गया हुण अपना सी दे विच उन्होंने कहा जरूरत ही नहीं है प्रियोरिटी दी। ते जी विच डी विच क्या उन्होंने बैटर कोऑर्डिनेट थ्रू आउट यूरोप है। जी विच क्या वा ट्री डिसीज़ का भी जी भी हो गया होया अपना। स्काइंग इहदी तां किते गल ही नहीं होएगी। सॉइल इंबैलेंस एसिडिफिकेशन दी भी नहीं गल होई, मतलब आंसर किहड़ा रह गया फिर अपना डी।
ਗਾਇਜ਼ 40 ਵੇਖੋ ਵਟ ਇਜ਼ ਅ ਬੈਸਟ ਟਾਈਟਲ ਕੀ ਹੈਗਾ ਮੇਨ ਤੁਸੀਂ ਧਿਆਨ ਨਾਲ ਵੇਖੇ ਬਾਇਓਲੋਜੀਕਲ ਇਕਨੋਮਿਕਲ ਰੀਕ੍ਰੀਏਸ਼ਨਲ ਪਲਾਨਸ ਟੂ ਪ੍ਰੋਟੈਕਟ ਪਲਾਨ ਦੱਸੇ ਗਏ ਆ ਫੋਰੈਸਟ ਦੇ ਯੂਰਪ ਦੇ ਫੋਰੈਸਟ ਨੂੰ ਪ੍ਰੋਟੈਕਟ ਕਰਨ ਦੇ ਲਈ ਪ੍ਰਾਇੋਰਟੀ ਦਿੱਤੀ ਗਈ ਹੈ ਯੂਰਪੀਅਨ ਰਿਸਰਚ ਨੂੰ ਈਕੋਸਿਸਟਮ ਦੇ ਵਿੱਚ ਪ੍ਰੋਪੋਜ਼ਲ ਆਫ ਵਰਲਡ ਵਾਈਡ ਪਾਲਿਸੀ ਔਨ ਫੋਰੈਸਟ ਮੈਨੇਜਮੈਂਟ ਡਿਫਰੈਂਟ ਟਾਈਪਸ ਦੇ ਪਲਾਨਸ ਦਿੱਤੇ ਹੋਏ ਦੂਸਰਾ ਇੱਥੇ ਇਹਨਾਂ ਨੇ ਕੀ ਕਿਹਾ ਵਾ ਦੈਟ ਜਨਰਲ ਡਿਕਲੇਰੇਸ਼ਨ ਸਾਰੇ 6 ਦੇ 6 ਰੈਜ਼ੋਲੂਸ਼ਨ ਤੁਸੀਂ ਪੜ੍ਹ ਕੇ ਵੇਖਿਆ ਜੇ ਇਹ ਤੁਹਾਡੇ ਨਾਲ ਕੀ ਹੈ ਪਲਾਨਸ ਸ਼ੇਅਰ ਕੀਤੇ ਹੋਏ ਆ ਫੋਰੈਸਟ ਨੂੰ ਸੇਵ ਕਰਨ ਦੇ ਲਈ ਫਿਰ ਆਨਸਰ ਕੀ ਤੁਹਾਡਾ ਹੋ ਜਾਏਗਾ ਬੀ ਠੀਕ ਹੈ ਇੱਕ ਤੁਹਾਨੂੰ ਲਾਸਟ ਟਿਪ ਦੱਸਦੀ ਹਾਂ ਆਫ ਕਿੰਨੇ ਲੈਟਰਸ ਵਿੱਚ ਆ ਰਿਹਾ ਵੈ ABC ਫੋਰੈਸਟ BD 'ਚ ਤੇ ਦਾ BC 'ਚ ਜ਼ਿਆਦਾ ਲੈਟਰ ਕਿਹਦੇ ਨਾਲ ਮੈਚ ਹੋ ਰਹੇ ਹੈ ਬੀ ਤੇ ਸੀ ਦੇ ਨਾ ਆਫ ਤੇ ਦਾ ਠੀਕ ਹੈ ਗਾਈਸ ਮਤਲਬ ਇਹਦਾ ਤੁਹਾਡਾ ਆਨਸਰ ਇਹ ਹੈ ਕਿ ਬੀ ਤੇ ਸੀ ਵਿੱਚੋਂ ਹੀ ਹੈ ਤੁਹਾਡਾ ਆਨਸਰ ਏ ਤੇ ਡੀ ਵਿੱਚੋਂ ਨਹੀਂ ਹੈਗਾ ਸੋ ਗਾਈਸ ਮੈਂ ਟੀਚ ਕਰਦੀ ਹਾਂ ਤੇ ਮੈਂ ਬੱਚਿਆਂ ਨੂੰ ਇਹੀ ਟਿਪ ਦੱਸਦੀ ਹਾਂ ਬਹੁਤ ਵਾਰੀ ਆਨਸਰ ਇਹ ਬਿਲਕੁਲ ਸਹੀ ਗਿਆ ਵੈ ਕਿ ਜਿਹੜਾ ਵੀ ਵਰਡ ਰਿਪੀਟ ਹੁੰਦਾ ਨਾ ਮਲਟੀਪਲ ਚੋਇਸ ਕੁਐਸਚਨ ਦੇ ਵਿੱਚ 95% ਸਹੀ ਜਾਂਦਾ ਹੁਣ ਤੁਹਾਡਾ ਇੱਥੇ ਬੀ ਤੇ ਸੀ ਆਪਸ਼ਨ ਸੀ ਤੇ ਬੀ ਤੇ ਸੀ ਵਿੱਚੋਂ ਹੀ ਤੁਹਾਡਾ ਆਨਸਰ ਕੋਈ ਨਾ ਕੋਈ ਹੋਏਗਾ ਠੀਕ ਹੈ ਗਾਈਸ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵਾਲੀ ਕੈਂਬਰਿਜ ਬੁੱਕ 7 ਟੈਸਟ 3 ਪੂਰੀ ਤਰ੍ਹਾਂ ਸਮਝ ਲੱਗਿਆ ਹੋਵੇਗਾ ਜੇਕਰ ਇਹ ਵੀਡੀਓ ਵਧੀਆ ਲੱਗੀ ਹੈ ਦੈਨ ਪਲੀਜ਼ ਗਾਈਸ ਸ਼ੇਅਰ ਦਿਸ ਵੀਡੀਓ ਮੋਰ ਐਂਡ ਮੋਰ ਵਿਦ ਯੋਰ ਫਰੈਂਡਸ ਬਿਕੋਜ਼ ਗਾਈਸ ਇਸ ਵੀਡੀਓ ਨੂੰ ਬਣਾਉਣ ਤੇ ਮੇਰਾ ਬਹੁਤ ਜ਼ਿਆਦਾ ਹਾਰਡ ਵਰਕ ਲੱਗਾ ਵਾ ਐਟਲੀਸਟ ਮੈਂ 2 ਡੇਜ਼ ਇਸ ਵੀਡੀਓ ਤੇ ਸਪੈਂਡ ਕੀਤੇ ਆ ਬਣਾਉਣ ਤੇ ਸੋ please watch this video more and give me a reward to make this video via sharing. Okay guys, bye bye, god bless to all of you.